ਹੀਲਿੰਗ ਹਸਪੀਟਲ ਦੇ ਵੱਲੋਂ ਬੜਾ ਨਵੇਕਲਾ ਉਪਰਾਲਾ ਕੀਤਾ ਗਿਆ ਗੋਡਿਆਂ ਦੇ ਦਰਦ ਨੂੰ ਲੈ ਕੇ, ਉਹ ਕੀ ਹੈ? ਨਾਰਮਲੀ ਗੋਡਿਆਂ ਦੇ ਆਪਰੇਸ਼ਨ ਦੇ ਵਿੱਚ ਕੀ ਹੁੰਦਾ ਹੈ, ਗੋਡੇ ਪੇਸ਼ੈਂਟ ਮਰੀਜ਼ ਦੇ ਗੋਡੇ ਖਰਾਬ ਹੁੰਦੇ ਆ, ਸਾਰੇ ਗੋਡੇ ਬਦਲ ਦਿੱਤੇ ਜਾਂਦੇ। ਗੋਡਿਆਂ ਦੇ ਸਿਰਫ ਡੈਮੇਜਡ ਪਾਰਟ ਨੂੰ, ਯਾਨੀ ਕਿ ਜਿੰਨੇ ਡੈਮੇਜਡ ਪਾਰਟ ਹੈ ਅਸੀਂ ਉਹਨਾਂ ਨੂੰ ਹੀ ਚੇਂਜ ਕਰ ਸਕਦੇ ਹਾਂ, ਪੂਰੇ ਗੋਡੇ ਸਾਨੂੰ ਬਦਲਣ ਦੀ ਲੋੜ ਨਹੀਂ ਹੈ। 5 ਸਾਲ 7 ਸਾਲ ਪਹਿਲਾਂ ਜੇ ਤੁਸੀਂ ਦੇਖੋ ਤਾਂ ਕੋਈ ਟੈਕਨੋਲੋਜੀ ਐਗਜ਼ਿਸਟ ਨਹੀਂ ਕਰਦੀ ਸੀ ਜਿਹਦੇ ਨਾਲ ਅਸੀਂ ਇਹੋ ਜਿਹੇ ਕੋਈ ਆਪਰੇਸ਼ਨ ਕਰ ਸਕੀਏ। ਅੱਜ ਕੱਲ ਟੈਕਨੋਲੋਜੀ ਦੀ ਮਦਦ ਦੇ ਨਾਲ, ਸੌਫਟਵੇਅਰ ਦੀ ਮਦਦ ਦੇ ਨਾਲ ਅਸੀਂ ਉਹੀ ਪੁਰਾਣੇ ਆਪਰੇਸ਼ਨ ਇਸ ਤਰ੍ਹਾਂ ਨਾਲ ਕਰ ਸਕਦੇ ਹਾਂ। ਇਸ ਤਰ੍ਹਾਂ ਸਾਡੇ ਕੋਲੇ ਪੋਸੀਬਿਲਿਟੀਜ਼ ਹੈ ਕਿ ਪੇਸ਼ੈਂਟ ਨੂੰ ਘੱਟ ਦਰਦ ਵਿੱਚ, ਘੱਟ ਖਰਚ ਵਿੱਚ, ਘੱਟ ਖਤਰੇ ਦਾ ਸਾਹਮਣਾ ਕੀਤੇ ਬਿਨਾ ਜ਼ਿਆਦਾ ਬਿਹਤਰ ਤਰੀਕੇ ਨਾਲ ਕੀਤੇ ਜਾ ਸਕਦੇ ਹਨ। ਇਹ ਜਿਹੜੀ ਟੈਕਨੀਕ ਹੈ, ਇਹ ਪਿਛਲੀ ਟੈਕਨੀਕ ਜੋ ਸੀ ਉਸ ਨਾਲ ਤਾਂ ਕੁਝ ਵੱਖਰੀ ਹੈ, ਤਾਂ ਇਸ ਨਾਲ ਰਿਕਵਰੀ ਕਿੰਨੇ ਟਾਈਮ 'ਚ ਹੋ ਜਾਂਦੀ ਹੈ? ਪੁਰਾਣੇ ਆਪਰੇਸ਼ਨ ਦੇ ਵਿੱਚ ਪੇਸ਼ੈਂਟ ਨੂੰ ਠੀਕ ਹੋਣ ਵਿੱਚ ਲਗਭਗ 6 ਮਹੀਨੇ ਤੋਂ ਸਾਲ ਤੇ ਕਈ ਵਾਰ 1.5 ਸਾਲ 2 ਸਾਲ ਵੀ ਲੱਗ ਜਾਂਦੇ ਸੀ। FT3D ਨੀ ਰੀਸਰਫਸਿੰਗ ਦੀ ਮਦਦ ਦੇ ਨਾਲ, ਟੈਕਨੋਲੋਜੀ ਦੀ ਮਦਦ ਦੇ ਨਾਲ ਜੇ ਗੋਡਿਆਂ ਦਾ ਆਪਰੇਸ਼ਨ ਕੀਤਾ ਜਾਵੇ ਤਾਂ ਪੇਸ਼ੈਂਟ 3 ਤੋਂ 4 ਹਫ਼ਤੇ ਦੇ ਅੰਦਰ ਬਿਨਾਂ ਕਿਸੇ ਸਪੋਰਟ ਤੋਂ, ਬਿਨਾਂ ਵਾਕਰ ਤੋਂ, ਬਿਨਾਂ ਛੜੀ ਤੋਂ ਚੱਲਣਾ ਸ਼ੁਰੂ ਕਰ ਦਿੰਦੇ। इस टाइम मेरी एज को 75 साल है। ਜਦੋਂ ਆਪਰੇਸ਼ਨ ਮੇਰਾ ਹੋਇਆ 11 ਤਰੀਕ ਨੂੰ ਹੋਇਆ ਔਰ 11 ਤਰੀਕ 3 ਵਜੇ ਮੇਰਾ ਆਪਰੇਸ਼ਨ ਖਤਮ ਹੋਇਆ। 5:30 ਵਜੇ ਇਹਨਾਂ ਸਟਿਕ ਦੇ ਕੇ ਮੈਨੂੰ ਇੱਕ ਰਾਂ ਤੋੜ ਦਿੱਤਾ। 3 ਸਟੈਪ ਮੈਂ ਤੁਰਿਆ ਤੇ ਮੈਂ ਕਾਫੀ ਫੀਲ ਅੱਛਾ ਕੀਤਾ। ਇੱਥੇ 1.5 ਸਾਲ, ਇੱਥੇ 3-4 ਹਫ਼ਤੇ, ਯਾਨੀ ਕਿ ਮਹੀਨਾ। ਹੁਣ ਜਿਹੜੀ ਟੈਕਨੋਲੋਜੀ ਦੀ ਮੈਂ ਗੱਲ ਕਰ ਰਿਹਾ ਉਹ ਕੋਈ ਨਾਰਮਲ ਟੈਕਨੋਲੋਜੀ ਨਹੀਂ ਹੈ, ਮੈਡੀਕਲੀ ਓਰੀਐਂਟਡ, ਯਾਨੀ ਕਿ ਇਹ ਸਿਰਫ ਗੋਡਿਆਂ ਦੇ ਆਪਰੇਸ਼ਨ ਲਈ ਹੀ ਬਣਾਈ ਗਈ ਹੈ। ਹਰ ਇੱਕ ਵਿਅਕਤੀ ਦੇ ਵੱਲੋਂ ਆਪਣੀ ਫੈਮਿਲੀ ਦੀ ਹੈਲਥ ਇੰਸ਼ੋਰੈਂਸ ਕਰਵਾਈ ਜਾਂਦੀ ਹੈ। ਕੀ ਇਹ ਜਿਹੜੀ ਇੰਸ਼ੋਰੈਂਸ ਕਰਵਾਈ ਜਾਂਦੀ ਹੈ, ਜੇ ਕਿਸੇ ਨੇ ਆਪਣੇ ਗੋਡਿਆਂ ਦਾ ਆਪਰੇਸ਼ਨ ਕਰਾਉਣਾ ਹੋਏ ਤੁਹਾਡੇ ਹਸਪੀਟਲ ਦੇ ਵਿੱਚੋਂ, ਉਸ ਦਾ ਕੋਈ ਬੈਨੀਫਿਟ ਮਿਲਦਾ? ਸਾਡਾ ਹਸਪੀਟਲ ਆਲਮੋਸਟ ਸਾਰੀਆਂ ਇੰਸ਼ੋਰੈਂਸ ਕੰਪਨੀ ਦੇ ਨਾਲ ਇੰਪੈਨਲਡ ਹੈ। ਸਾਡਾ ਹਸਪੀਟਲ CGHS ਸੈਂਟਰਲ ਗਵਰਨਮੈਂਟ ਦਾ ਹੈਲਥ ਸਕੀਮ ਆ, ਉਹਦੇ ਨਾਲ ਵੀ ਇੰਪੈਨਲਡ ਹੈ। ਮਰੀਜ਼ਾਂ ਦੇ ਵਿੱਚ ਇਹ ਦਿੱਕਤ ਬੜੀ ਆਮ ਹੋ ਗਈ, ਕਹਿੰਦੇ ਵੀ ਜਦੋਂ ਅਸੀਂ ਆਪਰੇਸ਼ਨ ਕਰਾ ਲੈਂਦੇ ਹਾਂ ਕੁਝ ਸਮਾਂ ਲਈ ਸਾਡਾ ਉਹ ਆਪਰੇਸ਼ਨ ਬਹੁਤ ਵਧੀਆ ਰਹਿੰਦਾ ਸੀ, ਵਧੀਆ ਤੁਰ ਫਿਰ ਸਕਦੇ ਹਾਂ, ਨੱਚ ਟੱਪ ਸਕਦੇ ਹਾਂ, ਪਰ ਕੁਝ ਟਾਈਮ ਬਾਅਦ ਜਦੋਂ ਅਸੀਂ ਗੋਡੇ ਚੇਂਜ ਕਰਵਾ ਦਿੰਦੇ ਹਾਂ ਨਾ ਤਾਂ ਸਾਨੂੰ ਦਿੱਕਤਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ। ਜਿਵੇਂ ਮੌਸਮ ਬਦਲਦਾ ਤਾਂ ਵੀ ਦਿੱਕਤਾਂ ਆਉਂਦੀਆਂ ਨੇ। ਜਿਹੜੇ ਤੁਸੀਂ ਟੈਕਨੀਕ ਦੱਸੀ ਹੈ ਇਸ ਦੇ ਵਿੱਚ ਇਹ ਦਿੱਕਤਾਂ ਆਉਂਦੀਆਂ ਨੇ ਜਾਂ ਨਹੀਂ? ਹੁਣ ਤੁਸੀਂ ਖੁਦ ਇਮੇਜਿਨ ਕਰੋ, ਜਿਵੇਂ ਪੁਰਾਣੇ ਵੇਲਿਆਂ ਵਿੱਚ ਕਿਸੇ ਵੀ ਮਰੀਜ਼ ਦਾ ਦੰਦ ਖਰਾਬ ਹੁੰਦਾ ਸੀਗਾ, ਡਾਕਟਰ 2 ਮਿੰਟ ਵਿੱਚ ਪਲਾਸ ਪਕੜ ਕੇ ਸਾਰਾ ਦੰਦ ਨਿਕਾਲ ਦਿੰਦੇ ਸੀਗੇ। ਅੱਜ ਕੱਲ ਤੁਸੀਂ ਜੇ ਕਿਸੇ ਪੇਸ਼ੈਂਟ ਨੂੰ ਪੁੱਛੋ ਕਿ ਦੰਦ ਖਰਾਬ ਹੋਇਆ ਤਾਂ ਬੜਾ ਹੀ ਐਕੂਰੇਟਲੀ ਪਹਿਲਾਂ ਤਾਂ ਉਹਨੂੰ ਇੱਕ ਮਾਈਕਰੋ ਡਰਿਲ ਦੇ ਨਾਲ ਖਰਾਬ ਹਿੱਸੇ ਨੂੰ ਨਿਕਾਲ ਦਿੱਤਾ ਜਾਂਦਾ, ਫਿਰ ਉਸ ਤੇ ਫਿਲਿੰਗ ਪਾ ਕੇ ਇੱਕ ਨਾਪ ਲਿੱਤਾ ਜਾਂਦਾ। ਸੇਮ ਟੈਕਨੋਲੋਜੀ ਵਿੱਚ ਅਸੀਂ ਗੋਡਿਆਂ ਦਾ ਸਿਰਫ ਡੈਮੇਜ ਪਾਰਟ ਨੂੰ ਪਹਿਲਾਂ ਨਿਕਾਲ ਦਿੰਦੇ ਹਾਂ, ਸਾਰੇ ਗੋਡੇ ਨਹੀਂ ਨਿਕਾਲਦੇ, ਯਾਨੀ ਕਿ ਦੰਦ ਨੂੰ ਨਹੀਂ ਨਿਕਾਲਦੇ। ਪਿੰਡਾਂ ਦੇ ਵਿੱਚ ਨਾ ਬੀਬੀਆਂ ਦੀ ਇੱਕ ਬੜੀ ਕਹਾਵਤ ਹੈ, ਕਹਿੰਦੇ ਵੀ ਮੇਰੇ ਭੈਣੇ ਗੋਡੇ ਬਦਲਾਏ ਹੋਏ ਨੇ ਤੇ ਮੈਂ ਨੱਚ ਟੱਪ ਨਹੀਂ ਸਕਦੀ, ਤੇ ਜਿਹੜੀ ਟੈਕਨੀਕ ਤੁਸੀਂ ਦੱਸ ਰਹੇ ਹੋ ਕਿ ਇਸ ਨਾਲ ਬੰਦਾ ਨੱਚ ਟੱਪ ਸਕਦਾ? ਕਿਸੇ ਹੱਦ ਤੱਕ ਯੈਸ। ਕਈ ਮਰੀਜ਼ਾਂ ਦੇ ਦਰਦ ਬਹੁਤ ਹੋ ਰਿਹਾ ਹੋਏਗਾ ਗੋਡੇ ਦਾ, ਡਾਕਟਰ ਨੇ ਕਹਿ ਵੀ ਦਿੱਤਾ ਹੋਏਗਾ ਵੀ ਆਪਰੇਸ਼ਨ ਹੋਣਾ, ਪਰ ਉਹ ਕਹਿੰਦੇ ਅਸੀਂ ਹਸਪੀਟਲ ਦੇ ਵਿੱਚ ਇੰਨੇ ਦਿਨ ਐਡਮਿਟ ਨਹੀਂ ਰਹਿ ਸਕਦੇ। ਤੇ ਜੇਕਰ ਤੁਹਾਡੇ ਹਸਪੀਟਲ ਦੇ ਵਿੱਚ ਜਿਹੜੀ ਟੈਕਨੀਕ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਉਸ ਦੇ ਰਾਹੀਂ ਆਪਣਾ ਆਪਰੇਟ ਕਰਾਉਂਦੇ ਨੇ ਤਾਂ ਉਸ ਦੇ ਲਈ ਕਿੰਨੇ ਦਿਨ ਐਡਮਿਟ ਹੋਣਾ ਪੈਂਦਾ ਹੈ? ਦੋਨੇ ਗੋਡਿਆਂ ਦਾ ਜੇ ਕੋਈ ਪੇਸ਼ੈਂਟ ਆਪਰੇਸ਼ਨ ਕਰਾਉਂਦਾ ਉਹਨੂੰ ਹਸਪਤਾਲ ਵਿੱਚ ਸਿਰਫ 3 ਦਿਨ ਰਹਿਣ ਦੀ ਲੋੜ ਹੈ। ਚੌਥੇ ਦਿਨ ਪੇਸ਼ੈਂਟ ਘਰੇ ਜਾਂਦੇ, ਦੂਰੋਂ ਆਉਂਦੇ, ਆਪਦੀ ਗੱਡੀ 'ਚ ਬੈਠ ਕੇ ਆਉਂਦੇ ਕਾਰ, ਉਹਨਾਂ ਨੂੰ ਕੋਈ ਐਂਬੂਲੈਂਸ ਕਰਨ ਦੀ ਵੀ ਲੋੜ ਨਹੀਂ ਹੁੰਦੀ, ਉਹ ਆਰਾਮ ਨਾਲ ਆਪਣੀ ਕਾਰ ਵਿੱਚ ਬੈਠ ਕੇ ਹੀ ਘਰੇ ਜਾਂਦੇ। ਬਹੁਤ ਸਾਰੇ ਆਡੀਅנס ਜਿਹੜੀ ਸੰਪਰਕ ਕਰਦੀ ਹੈ ਨਾ, ਉਹ ਇਹ ਕਹਿੰਦੇ ਵੀ ਅਸੀਂ ਗੋਡੇ ਤਾਂ ਬਦਲਵਾ ਲਏ ਪਰ ਸਾਡਾ ਸੈੱਟ ਨਹੀਂ ਆਏ ਗੋਡੇ, ਸਾਡੇ ਦਰਦ ਹੁੰਦਾ, ਸਾਨੂੰ ਤੁਰਨ ਫਿਰਨ 'ਚ ਦਿੱਕਤ ਆਉਂਦੀ ਹੈ। ਇਸੇ ਲਈ ਜ਼ਰੂਰੀ ਹੈ ਪੇਸ਼ੈਂਟ ਨੂੰ ਇੱਕ ਕੰਪੈਰੀਜ਼ਨ ਕਰਨਾ। ਦੇਖੋ ਆਪਰੇਸ਼ਨ ਤਾਂ ਹਰ ਜਗ੍ਹਾ ਹੀ ਹੁੰਦੇ, ਹਰ ਹਸਪਤਾਲ ਵਿੱਚ ਗੋਡਿਆਂ ਦੇ ਆਪਰੇਸ਼ਨ ਬੜੇ ਕਾਮਨਲੀ ਹੁੰਦੇ, ਲੇਕਿਨ ਟੈਕਨੋਲੋਜੀ ਨਾਲ ਜਿਹੜੇ ਆਪਰੇਸ਼ਨ ਕੀਤੇ ਜਾਂਦੇ ਉਹ ਬਹੁਤ ਘੱਟ ਜਗ੍ਹਾ ਤੇ ਉਪਲਬਧ। ਸਪੋਜ਼ ਕਰ ਲਓ ਕਿ ਤੁਹਾਡੇ ਜਿਸ ਆਪਰੇਸ਼ਨ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਉਸ ਹਿੱਸੇ ਨੂੰ ਕੱਢਿਆ ਜਾਂਦਾ ਹੈ ਗੋਡੇ ਦੇ ਜਿਹੜਾ ਕਿ ਖਰਾਬ ਹੋ ਚੁੱਕਿਆ ਹੈ, ਡੈਮੇਜ ਹੋ ਚੁੱਕਿਆ ਹੈ। ਬਾਈ ਚਾਂਸ ਜੇਕਰ A ਪਾਰਟ ਖਰਾਬ ਹੋ ਗਿਆ ਉਸ ਨੂੰ ਆਪਾਂ ਕੱਢ ਦਿੱਤਾ ਗਿਆ ਤੇ ਜੇਕਰ ਕੱਲ ਨੂੰ B ਪਾਰਟ ਖਰਾਬ ਹੁੰਦਾ ਤਾਂ ਦੁਬਾਰਾ ਉਹ ਆਪਰੇਸ਼ਨ ਕਰਵਾਇਆ ਜਾ ਸਕਦਾ ਹੈ। 3D ਮਾਡਲ ਨੂੰ ਅਸੀਂ ਯੂਜ਼ ਕਰਦੇ ਹਾਂ, ਜਿਹੜੀ ਸਾਡੀ ਪੇਟੈਂਟਡ ਟੈਕਨੋਲੋਜੀ ਹੈਗੀ ਹੈ ਮਸ਼ੀਨ ਲਰਨਿੰਗ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ। ਕੰਪਿਊਟਰ ਨੇ ਬੜੇ ਐਕੂਰੇਟਲੀ ਇਹ ਦੱਸ ਦੇਣਾ ਕਿ ਪੇਸ਼ੈਂਟ ਦੇ, ਮਰੀਜ਼ ਦੇ ਕਿਹੜੇ ਗੋਡੇ ਦੇ ਕਿਹੜੇ ਪਾਸੋਂ ਕਿੰਨੀ ਹੱਡੀ ਖਰਾਬ ਹੈ ਤੇ ਅਸੀਂ ਉੱਥੇ ਹੀ ਆਪਰੇਸ਼ਨ ਕਰਨਾ। ਡੇਲੀ ਪੋਸਟ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਤੁਹਾਡੇ ਨਾਲ ਨਵਦੀਪ ਮਾਨ। ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਅਸੀਂ ਇਸ ਕਦਰ ਰੁੱਝ ਚੁੱਕੇ ਹਾਂ ਕਿ ਸਾਡੇ ਕੋਲ ਆਪਣੇ ਆਪ ਦੇ ਲਈ ਵੀ ਸਮਾਂ ਨਹੀਂ ਨਿਕਲਦਾ, ਜਿਸ ਕਰਕੇ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਦਾ ਵੀ ਸ਼ਿਕਾਰ ਹੋ ਰਹੇ ਹਾਂ। ਤੇ ਜੇਕਰ ਗੋਡਿਆਂ ਦੇ ਦਰਦ ਦੀ ਗੱਲ ਕੀਤੀ ਜਾਵੇ ਤਾਂ ਇਹ ਬੜੀ ਆਮ ਗੱਲ ਹੋ ਚੁੱਕੀ ਹੈ, ਕਿਉਂਕਿ ਅਕਸਰ ਹੀ ਘਰ ਦੇ ਵਿੱਚ ਇੱਕ ਨਾ ਇੱਕ ਮੈਂਬਰ ਇਦਾਂ ਦਾ ਹੁੰਦਾ ਹੈ ਜਿਸ ਦੇ ਗੋਡਿਆਂ ਦੇ ਵਿੱਚ ਦਰਦ ਹੁੰਦਾ ਹੈ ਤੇ ਲੋਕਾਂ ਦੇ ਵੱਲੋਂ ਉਹਨਾਂ ਨੂੰ ਸਲਾਹ ਵੀ ਦਿੱਤੀ ਜਾਂਦੀ ਹੈ ਕਿ ਗੋਡਿਆਂ ਦਾ ਆਪਰੇਸ਼ਨ ਕਰਵਾ ਲਿਆ ਜਾਏ ਜਾਂ ਗੋਡੇ ਬਦਲਾ ਦਿੱਤੇ ਜਾਣ ਤਾਂ ਬੜੀ ਆਸਾਨੀ ਦੇ ਨਾਲ ਠੀਕ ਹੋ ਜਾਣਗੇ। ਪਰ ਇਸ ਦਾ ਇੱਕ ਵਧੀਆ ਤੇ ਬੜਾ ਘੱਟ ਖਰਚੇ ਦੇ ਵਿੱਚ ਇਲਾਜ ਕੱਢਿਆ ਗਿਆ ਹੈ ਹੀਲਿੰਗ ਹਸਪੀਟਲ ਦੇ ਵੱਲੋਂ। ਤਾਂ ਇਸ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ
ਹੀਲਿੰਗ ਹਸਪੀਟਲ ਤੋਂ ਡਾਕਟਰ ਤਰਨਦੀਪ ਸਿੰਘ ਗਿੱਲ ਜੀ ਜੁੜੇ ਨੇ। ਸਰ ਸਵਾਗਤ ਹੈ। ਥੈਂਕ ਯੂ ਸਰ, ਸਭ ਤੋਂ ਪਹਿਲਾਂ ਸਾਡੇ ਦਰਸ਼ਕ ਇਹ ਜਾਣਨਾ ਚਾਹਾਂਗੇ ਕਿ ਹੀਲਿੰਗ ਹਸਪੀਟਲ ਦੇ ਵੱਲੋਂ ਬੜਾ ਨਵੇਕਲਾ ਉਪਰਾਲਾ ਕੀਤਾ ਗਿਆ ਗੋਡਿਆਂ ਦੇ ਦਰਦ ਨੂੰ ਲੈ ਕੇ, ਉਹ ਕੀ ਹੈ? ਗੋਡਿਆਂ ਦਾ ਜਿਹੜਾ ਪ੍ਰੋਬਲਮ ਹੈ ਉਹ ਹਰ ਘਰ ਵਿੱਚ ਹੈ। ਜੀ, ਆਪਣੇ ਕਿਸੇ ਦੇ ਮਦਰ ਨੂੰ, ਕਿਸੇ ਦੇ ਫਾਦਰ ਨੂੰ, ਕਿਸੇ ਦੇ ਰਿਸ਼ਤੇਦਾਰਾਂ ਨੂੰ ਬੜੀ ਕਾਮਨ ਪ੍ਰੋਬਲਮ ਹੈ ਤੇ ਬੜੇ ਸਾਲਾਂ ਤੋਂ ਇਸ ਦਾ ਬੜਾ ਸਕਸੈਸਫੁਲ ਇਲਾਜ ਜਿਹੜਾ ਕੀਤਾ ਜਾਂਦਾ ਹੁੰਦਾ ਨੀ ਰਿਪਲੇਸਮੈਂਟ, ਜਿਹਨੂੰ ਕਹਿੰਦੇ ਗੋਡੇ ਬਦਲ ਦੇਣਾ। ਜੀ, ਤੇ ਬੜੇ ਸਾਲਾਂ ਤੋਂ ਇਹ ਬਹੁਤ ਸਕਸੈਸਫੁਲੀ ਕੀਤਾ ਜਾ ਰਿਹਾ। ਲੇਕਿਨ ਟੈਕਨੋਲੋਜੀ ਦੀ ਮਦਦ ਦੇ ਨਾਲ ਜੇ ਆਪਾਂ ਪੁਰਾਣੇ ਆਪਰੇਸ਼ਨ ਨੂੰ ਜ਼ਿਆਦਾ ਬਿਹਤਰ ਕਰ ਸਕੀਏ ਤਾਂ ਉਸੇ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ FT3D ਨੀ ਰੀਸਰਫੇਸਿੰਗ ਜਿਹੜਾ ਆਪਰੇਸ਼ਨ ਹੈ ਗੋਡਿਆਂ ਦੀ ਬਿਮਾਰੀ ਲਈ, ਉਹਦੇ ਬਾਰੇ ਅਸੀਂ ਡਿਸਕਸ ਕਰਾਂਗੇ। ਨਾਰਮਲੀ ਗੋਡਿਆਂ ਦੇ ਆਪਰੇਸ਼ਨ ਦੇ ਵਿੱਚ ਕੀ ਹੁੰਦਾ ਹੈ, ਗੋਡੇ ਪੇਸ਼ੈਂਟ ਮਰੀਜ਼ ਦੇ ਗੋਡੇ ਖਰਾਬ ਹੁੰਦੇ ਆ, ਸਾਰੇ ਗੋਡੇ ਬਦਲ ਦਿੱਤੇ ਜਾਂਦੇ ਆ। ਜੀ, ਲੇਕਿਨ ਟੈਕਨੋਲੋਜੀ ਦੀ ਮਦਦ ਦੇ ਨਾਲ ਅੱਜ ਅਸੀਂ ਬੜੇ ਸਕਸੈਸਫੁਲੀ ਤੇ ਬੜਾ ਸੇਫਲੀ ਗੋਡਿਆਂ ਦੇ ਸਿਰਫ ਡੈਮੇਜਡ ਪਾਰਟ ਨੂੰ, ਯਾਨੀ ਕਿ ਜਿੰਨੇ ਡੈਮੇਜਡ ਪਾਰਟ ਹੈ ਅਸੀਂ ਉਹਨਾਂ ਨੂੰ ਹੀ ਚੇਂਜ ਕਰ ਸਕਦੇ ਹਾਂ, ਪੂਰੇ ਗੋਡੇ ਸਾਨੂੰ ਬਦਲਣ ਦੀ ਲੋੜ ਨਹੀਂ ਹੈ। ਇਹ ਪੋਸੀਬਲ ਹੈ ਓਨਲੀ ਵਿਦ ਦ ਹੈਲਪ ਆਫ ਟੈਕਨੋਲੋਜੀ। ਬੜੇ ਅੱਜ ਤੋਂ 5 ਸਾਲ 7 ਸਾਲ ਪਹਿਲਾਂ ਜੇ ਤੁਸੀਂ ਦੇਖੋ ਤਾਂ ਕੋਈ ਟੈਕਨੋਲੋਜੀ ਐਗਜ਼ਿਸਟ ਨਹੀਂ ਕਰਦੀ ਸੀ ਜਿਹਦੇ ਨਾਲ ਅਸੀਂ ਇਹੋ ਜਿਹੇ ਕੋਈ ਆਪਰੇਸ਼ਨ ਕਰ ਸਕੀਏ। ਅੱਜ ਕੱਲ ਟੈਕਨੋਲੋਜੀ ਦੀ ਮਦਦ ਦੇ ਨਾਲ, ਸੌਫਟਵੇਅਰ ਦੀ ਮਦਦ ਦੇ ਨਾਲ ਅਸੀਂ ਉਹੀ ਪੁਰਾਣੇ ਆਪਰੇਸ਼ਨ ਇਸ ਤਰ੍ਹਾਂ ਨਾਲ ਕਰ ਸਕਦੇ ਹਾਂ। ਇਸ ਤਰ੍ਹਾਂ ਸਾਡੇ ਕੋਲੇ ਪੋਸੀਬਿਲਿਟੀਜ਼ ਹੈ ਕਿ ਪੇਸ਼ੈਂਟ ਨੂੰ ਘੱਟ ਦਰਦ ਵਿੱਚ, ਘੱਟ ਖਰਚ ਵਿੱਚ, ਘੱਟ ਖਤਰੇ ਦਾ ਸਾਹਮਣਾ ਕੀਤੇ ਬਿਨਾ ਜ਼ਿਆਦਾ ਬਿਹਤਰ ਤਰੀਕੇ ਨਾਲ ਕੀਤੇ ਜਾ ਸਕਦੇ ਹਨ। ਤੇ ਉਸ ਆਪਰੇਸ਼ਨ ਨੂੰ ਅਸੀਂ FT3D ਨੀ ਰੀਸਰਫੇਸਿੰਗ ਕਹਿੰਦੇ ਹਾਂ। ਜੀ, ਬਿਲਕੁਲ ਡਾਕਟਰ ਸਾਹਿਬ, ਇਹ ਜਿਹੜੀ ਟੈਕਨੀਕ ਹੈ ਇਹ ਪਿਛਲੀ ਟੈਕਨੀਕ ਜੋ ਸੀ ਉਸ ਨਾਲ ਤਾਂ ਕੁਝ ਵੱਖਰੀ ਹੈ, ਤਾਂ ਇਸ ਦੇ ਨਾਲ ਰਿਕਵਰੀ ਕਿੰਨੇ ਟਾਈਮ 'ਚ ਹੋ ਜਾਂਦੀ ਹੈ? ਨਾਰਮਲ ਆਪਰੇਸ਼ਨ ਜਿਹੜੇ ਕਿ ਪੁਰਾਣੇ ਆਪਰੇਸ਼ਨ ਹੈ ਉਹਨਾਂ ਦੇ ਕੰਪੈਰੀਟਿਵਲੀ ਜੇ ਰਿਕਵਰੀ ਦਾ ਆਪਾਂ ਪੀਰੀਅਡ ਆਪਾਂ ਕੰਪੇਅਰ ਕਰੀਏ ਤਾਂ ਪੁਰਾਣੇ ਆਪਰੇਸ਼ਨ ਦੇ ਵਿੱਚ ਪੇਸ਼ੈਂਟ ਨੂੰ ਠੀਕ ਹੋਣ ਵਿੱਚ ਲਗਭਗ 6 ਮਹੀਨੇ ਤੋਂ ਸਾਲ ਤੇ ਕਈ ਵਾਰ 1.5 ਸਾਲ 2 ਸਾਲ ਵੀ ਲੱਗ ਜਾਂਦੇ ਸੀ। ਜੀ, FT3D ਨੀ ਰੀਸਰਫੇਸਿੰਗ ਦੀ ਮਦਦ ਦੇ ਨਾਲ, ਟੈਕਨੋਲੋਜੀ ਦੀ ਮਦਦ ਦੇ ਨਾਲ ਜੇ ਗੋਡਿਆਂ ਦਾ ਆਪਰੇਸ਼ਨ ਕੀਤਾ ਜਾਵੇ ਤਾਂ ਪੇਸ਼ੈਂਟ 3 ਤੋਂ 4 ਹਫ਼ਤੇ ਦੇ ਅੰਦਰ ਬਿਨਾਂ ਕਿਸੇ ਸਪੋਰਟ ਤੋਂ, ਬਿਨਾਂ ਵਾਕਰ ਤੋਂ, ਬਿਨਾਂ ਛੜੀ ਤੋਂ ਚੱਲਣਾ ਸ਼ੁਰੂ ਕਰ ਦਿੰਦੇ ਆ। ਤਾਂ ਇਟ ਇਜ਼ ਅ ਡਰੈਸਟਿਕ ਚੇਂਜ। ਕਿੱਥੇ 1.5 ਸਾਲ, ਕਿੱਥੇ 3-4 ਹਫ਼ਤੇ, ਯਾਨੀ ਕਿ ਮਹੀਨਾ। ਐਵਰੇਜ ਪੇਸ਼ੈਂਟਸ ਜਿਹੜੇ ਸਾਡੇ ਹੈਗੇ ਆ, ਜੇ ਕੋਈ ਤੰਦਰੁਸਤ ਪੇਸ਼ੈਂਟ ਹੋਵੇ, ਕੋਈ ਜ਼ਿਆਦਾ ਐਲਡਰਲੀ ਏਜ ਨਾ ਹੋਵੇ, ਐਵਰੇਜ ਸਾਡੇ ਪੇਸ਼ੈਂਟ ਹੈ ਆਪਰੇਸ਼ਨ ਵਾਲੇ ਦਿਨ ਹੀ 3 ਤੋਂ 4 ਘੰਟੇ ਤੋਂ ਬਾਅਦ ਚੱਲਣਾ ਸ਼ੁਰੂ ਕਰ ਸਕਦੇ। ਬਹੁਤ ਵੱਡੀ ਗੱਲ ਕਹਿ ਰਹੇ ਹੋ। ਨਾਰਮਲ ਜਿਹੜੇ ਪੇਸ਼ੈਂਟਸ ਹੈ ਜੀ, ਲਗਭਗ 10 ਦਿਨ 15 ਦਿਨ ਤੋਂ ਬਾਅਦ ਬਿਨਾਂ ਵਾਕਰ ਤੋਂ ਚੱਲਣਾ ਸ਼ੁਰੂ ਕਰ ਦਿੰਦੇ। ਉਸ ਤੋਂ ਅਗਲੇ 10 ਦਿਨ 15 ਦਿਨ ਤੋਂ ਬਾਅਦ ਬਿਨਾਂ ਛੜੀ ਤੋਂ ਚੱਲਣਾ ਸ਼ੁਰੂ ਕਰ ਦਿੰਦੇ। ਇਹ ਸਭ ਤਾਂ ਹੀ ਪੋਸੀਬਲ ਹੈ ਬਿਕੋਜ਼ ਅਸੀਂ ਆਪਰੇਸ਼ਨ ਦੇ ਲਈ ਟੈਕਨੋਲੋਜੀ ਦਾ ਇਸਤੇਮਾਲ ਕਰਦੇ ਹਾਂ। ਜਿਹੜੀ ਟੈਕਨੋਲੋਜੀ ਦੀ ਮੈਂ ਗੱਲ ਕਰ ਰਿਹਾ ਹਾਂ ਉਹ ਕੋਈ ਨਾਰਮਲ ਟੈਕਨੋਲੋਜੀ ਨਹੀਂ ਹੈ। ਇਟ ਇਜ਼ ਮੈਡੀਕਲੀ ਓਰੀਐਂਟਡ, ਯਾਨੀ ਕਿ ਇਹ ਸਿਰਫ ਗੋਡਿਆਂ ਦੇ ਆਪਰੇਸ਼ਨ ਲਈ ਹੀ ਬਣਾਈ ਗਈ ਹੈ। ਨਾਟ ਦੈਟ ਕਿ ਕੋਈ ਹੋਰ ਟੈਕਨੋਲੋਜੀ ਜਿਹਨੂੰ ਅਸੀਂ ਯੂਜ਼ ਕਰਦੇ ਹਾਂ ਗੋਡਿਆਂ ਦੇ ਆਪਰੇਸ਼ਨ ਲਈ। ਇਹ ਸ਼ੁਰੂਆਤ ਤੋਂ ਹੀ ਬਣਾਈ ਗਈ, ਡਿਜ਼ਾਈਨ ਕੀਤੀ ਗਈ, ਜਿੰਨੀ ਵੀ ਇਸ ਤੇ ਕਲੀਨਿਕਲ ਟ੍ਰਾਇਲਸ ਹੋਏ, ਇਟ ਵਾਸ ਓਨਲੀ ਫੋਕਸਡ, ਸਿਰਫ ਫੋਕਸ ਸੀਗਾ ਗੋਡਿਆਂ ਦੇ ਆਪਰੇਸ਼ਨ ਨੂੰ ਕਿਵੇਂ ਘੱਟ ਖਤਰੇ ਵਾਲਾ ਤੇ ਜ਼ਿਆਦਾ ਸਕਸੈਸਫੁਲ ਕਿਵੇਂ ਬਣਾਇਆ ਜਾਵੇ। ਜੀ, ਪਰ ਡਾਕਟਰ ਸਾਹਿਬ ਜਿਹੜੇ ਦਰਸ਼ਕ ਸਾਡੇ ਇੰਟਰਵਿਊ ਦੇਖ ਰਹੇ ਹੋਣਗੇ, ਹੁਣ ਉਹਨਾਂ ਦੇ ਮਨ ਦੇ ਵਿੱਚ ਇੱਕ ਸਵਾਲ ਆ ਗਿਆ ਹੋਣਾ ਹੈ ਕਿ ਇਹ ਹਸਪੀਟਲ ਕਿੱਥੇ ਹੈ ਕਿ ਜਿੱਥੇ ਅਸੀਂ ਜਾ ਕੇ ਆਪਣੇ ਗੋਡਿਆਂ ਦਾ ਇਸ ਤਰ੍ਹਾਂ ਦਾ ਆਪਰੇਸ਼ਨ ਕਰਵਾ ਸਕੀਏ, ਛੇਤੀ ਅਸੀਂ ਰਿਕਵਰ ਹੋ ਜਾਈਏ। ਸਾਡਾ ਹਸਪੀਟਲ ਚੰਡੀਗੜ੍ਹ ਦੇ ਬਿਲਕੁਲ ਹਾਰਟ ਵਿੱਚ, ਬਿਲਕੁਲ ਸੈਂਟਰ ਵਿੱਚ ਲੋਕੇਟਡ ਹੈ। ਸੈਕਟਰ 34 34 ਸੈਕਟਰਸ, ਆਪਣੇ ਬਹੁਤ ਦਰਸ਼ਕ ਚੰਡੀਗੜ੍ਹ ਗਏ ਵੀ ਹੋਣੇ ਆ। 34 ਸੈਕਟਰ ਦੇ ਵਿੱਚ ਇਸ ਉਪਸਥਿਤ ਹੈਗਾ। ਇਸ ਹਸਪੀਟਲ ਦੇ ਵਿੱਚ ਸਾਰੇ ਡਿਪਾਰਟਮੈਂਟਸ ਹੈਗੇ। ਇਟ ਇਜ਼ ਅ ਮਲਟੀ ਸਪੈਸ਼ਲਿਟੀ ਹਸਪੀਟਲ। ਇਹਦੇ ਵਿੱਚ ਕਾਰਡੀਓਲੋਜੀ ਡਿਪਾਰਟਮੈਂਟ ਵੀ ਹੈ, ਸਾਡੇ ਉੱਥੇ ICU ਵੀ ਹੈ, ਸਾਡੇ ਉੱਥੇ ਬਾਕੀ ਡਿਪਾਰਟਮੈਂਟ ਜਿਵੇਂ ਸਰਜਰੀ ਡਿਪਾਰਟਮੈਂਟ, ਗਾਇਨੋਕੋਲੋਜੀ ਡਿਪਾਰਟਮੈਂਟ। ਇੱਕ 100 ਬੈਡਡ NABH ਐਕ੍ਰੈਡਿਟਡ ਹਸਪੀਟਲ ਹੈ, ਯਾਨੀ ਕਿ ਇਹ ਨੈਸ਼ਨਲ ਐਕ੍ਰੈਡਿਟੇਸ਼ਨ ਵੱਲੋਂ ਆਲਰੇਡੀ ਪ੍ਰਮਾਣਿਤ ਹੈ। ਇਸ ਦਾ ਫਾਇਦਾ ਜਿਹੜਾ ਹੈ ਪੇਸ਼ੈਂਟ ਨੂੰ ਹੈ ਕਿ ਉਸ ਨੂੰ ਆਪਣਾ ਇਲਾਜ ਕਰਾਉਣ ਲਈ ਕੋਈ ਬਹੁਤ ਨਵੀਂ ਜਗ੍ਹਾ ਤੇ ਜਾਣਾ ਨਹੀਂ ਪਏਗਾ। ਚੰਡੀਗੜ੍ਹ ਸਾਰੇ ਜਣੇ ਜਾਂਦੇ, ਆਪਣੇ ਬਹੁਤ ਸਾਰੇ ਦਰਸ਼ਕ ਜਾਂਦੇ, ਤੇ ਉੱਥੇ ਬਿਲਕੁਲ ਹਾਰਟ ਆਫ ਦਾ ਸਿਟੀ ਵਿੱਚ ਸਾਡਾ ਹਸਪੀਟਲ, ਹੀਲਿੰਗ ਹਸਪੀਟਲ ਸੈਕਟਰ 34 ਵਿੱਚ ਲੋਕੇਟਡ ਹੈ। ਜੀ, ਬਿਲਕੁਲ ਡਾਕਟਰ ਸਾਹਿਬ, ਅੱਜ ਕੱਲ੍ਹ ਨਾ ਹਰ ਇੱਕ ਵਿਅਕਤੀ ਦੇ ਵੱਲੋਂ ਆਪਣੀ ਫੈਮਿਲੀ ਦੀ ਹੈਲਥ ਇੰਸ਼ੋਰੈਂਸ ਕਰਵਾਈ ਜਾਂਦੀ ਹੈ। ਕੀ ਇਹ ਜਿਹੜੀ ਇੰਸ਼ੋਰੈਂਸ ਕਰਵਾਈ ਜਾਂਦੀ ਹੈ, ਜੇ ਕਿਸੇ ਨੇ ਆਪਣੇ ਗੋਡਿਆਂ ਦਾ ਆਪਰੇਸ਼ਨ ਕਰਾਉਣਾ ਹੋਏ ਤੁਹਾਡੇ ਹਸਪੀਟਲ ਦੇ ਵਿੱਚੋਂ, ਉਸ ਦਾ ਕੋਈ ਬੈਨੀਫਿਟ ਮਿਲਦਾ? ਸਾਡਾ ਹਸਪੀਟਲ ਆਲਮੋਸਟ ਸਾਰੀਆਂ ਇੰਸ਼ੋਰੈਂਸ ਕੰਪਨੀ ਦੇ ਨਾਲ ਇੰਪੈਨਲਡ ਹੈ। ਸਾਡਾ ਹਸਪੀਟਲ CGHS ਜਿਹੜਾ ਸੈਂਟਰਲ ਗਵਰਨਮੈਂਟ ਦਾ ਹੈਲਥ ਸਕੀਮ ਹੈ ਉਹਦੇ ਨਾਲ ਵੀ ਇੰਪੈਨਲਡ ਹੈ। ਪੰਜਾਬ ਗਵਰਨਮੈਂਟ, ਹਰਿਆਣਾ ਗਵਰਨਮੈਂਟ, ਹਿਮਾਚਲ ਗਵਰਨਮੈਂਟ, ਜਿੰਨੇ ਵੀ ਰੈਪੂਟਡ ਤੇ ਜਿੰਨੇ ਵੀ ਇੰਪੈਨਲਮੈਂਟਸ ਹੈਗੇ ਸਾਡਾ ਹਸਪੀਟਲ ਉਹਨਾਂ ਨਾਲ ਇੰਪੈਨਲਡ ਹੈ। ਜੀ, ਤੇ ਜੇ ਕੋਈ ਵੀ ਮਰੀਜ਼ ਜਿਸ ਦਾ ਕੋਈ ਪ੍ਰਾਈਵੇਟ ਇੰਸ਼ੋਰੈਂਸ ਕੰਪਨੀ ਨਾਲ ਜਾਂ ਸਰਕਾਰੀ ਇੰਸ਼ੋਰੈਂਸ ਕੰਪਨੀ ਦੇ ਨਾਲ ਇੰਪੈਨਲਮੈਂਟ ਹੋਵੇ ਤਾਂ ਉਹ ਬੜੇ ਆਸਾਨੀ ਨਾਲ ਕੈਸ਼ਲੈਸ ਤਰੀਕੇ ਨਾਲ ਆਪਰੇਸ਼ਨ ਕਰਵਾ ਸਕਦੇ। ਜੀ, ਯਾਨੀ ਕਿ ਕਿਸੇ ਵੀ ਮਰੀਜ਼ ਨੂੰ ਬਸ ਜਾਣ ਦੀ ਲੋੜ ਹੈ, ਕੋਈ ਪੈਸਿਆਂ ਦੀ ਕੋਈ ਦਿੱਕਤ ਨਹੀਂ ਆਏਗੀ, ਸਿੱਧਾ ਆਪਰੇਸ਼ਨ ਸ਼ੁਰੂ ਹੋਏਗਾ।
ਅਪਰੂਵਲਸ ਤੋਂ ਬਾਅਦ ਯੈਸ ਜੀ ਯਾਨੀ ਕਿ ਬਹੁਤ ਵਧੀਆ ਟੈਕਨੀਕ ਹੈ ਕਿ ਬਹੁਤ ਘੱਟ ਹਸਪੀਟਲ ਦੇ ਵਿੱਚ ਜੋ ਹੈ ਇਹ ਫੈਸਿਲਿਟੀ ਦਿੱਤੀ ਜਾਂਦੀ ਹੈ ਜਿਹੜੀ ਕਿ ਤੁਹਾਡੇ ਹੀਲਿੰਗ ਹਸਪੀਟਲ ਦੇ ਵੱਲੋਂ ਦਿੱਤੀ ਜਾ ਰਹੀ ਹੈ। ਬਿਲਕੁਲ ਬਿਲਕੁਲ, ਤਾਂ ਕਿ ਪੇਸ਼ੈਂਟ ਨੂੰ ਜ਼ਿਆਦਾ ਭੱਜ ਨੱਠ ਨਾ ਕਰਨੀ ਪਵੇ। ਪੇਸ਼ੈਂਟ ਪਹਿਲੀ ਗੱਲ ਇੰਨੀ ਦੂਰੋਂ ਨਵੇਂ ਸ਼ਹਿਰ ਜਾਂਦੇ ਆ, ਨਵੀਂ ਜਗ੍ਹਾ ਜਾਂਦੇ, ਨਵੇਂ ਹਸਪਤਾਲ ਜਾਂਦੇ ਆ, ਉੱਥੇ ਜਾ ਕੇ ਕੋਈ ਉਹਨਾਂ ਨੂੰ ਭੱਜ ਨੱਠ ਨਾ ਕਰਨੀ ਪਵੇ। ਤਾਂ ਅਸੀਂ ਸਾਰੀ ਚੀਜ਼ਾਂ ਦਾ ਧਿਆਨ, ਸਾਡਾ ਪੂਰਾ TPA ਡਿਪਾਰਟਮੈਂਟ ਹੈ ਜਿਹੜਾ ਕਿ ਪੇਸ਼ੈਂਟ ਜਿਵੇਂ ਆਪਣੇ ਕਾਰਡਸ ਦਿਖਾਉਂਦਾ ਉਹ ਸਾਰਾ ਪਹਿਲਾਂ ਹੀ ਸਾਰੇ ਜੋ ਵੀ ਅਪਰੂਵਲਸ ਲੈਣੇ ਹੁੰਦੇ ਆ, ਜੋ ਕਲੀਅਰੈਂਸਸ ਲੈਣੀਆਂ ਹੁੰਦੀਆਂ, ਉਹ ਨਾਲ ਦੇ ਨਾਲ ਵਿਦਿਨ 24 ਆਵਰ ਸਾਡੇ ਕੋਲ ਅਪਰੂਵਲ ਆ ਜਾਂਦੀ ਹੈ ਤੇ ਅਸੀਂ ਬੜਾ ਸੇਫਲੀ ਤੇ ਬਿਨਾਂ ਕਿਸੇ ਪ੍ਰੋਬਲਮ ਤੋਂ ਅਸੀਂ ਆਪਰੇਸ਼ਨ ਕਰ ਸਕਦੇ ਹਾਂ। ਬਿਲਕੁਲ ਡਾਕਟਰ ਸਾਹਿਬ, ਇੱਕ ਨਾ ਮਰੀਜ਼ਾਂ ਦੇ ਵਿੱਚ ਇਹ ਦਿੱਕਤ ਬੜੀ ਆਮ ਹੋ ਗਈ, ਕਹਿੰਦੇ ਵੀ ਜਦੋਂ ਅਸੀਂ ਆਪਰੇਸ਼ਨ ਕਰਾ ਲੈਂਦੇ ਹਾਂ ਕੁਝ ਸਮਾਂ ਲਈ ਸਾਡਾ ਉਹ ਆਪਰੇਸ਼ਨ ਬਹੁਤ ਵਧੀਆ ਰਹਿੰਦਾ ਸੀ, ਵਧੀਆ ਤੁਰ ਫਿਰ ਸਕਦੇ ਹਾਂ, ਨੱਚ ਟੱਪ ਸਕਦੇ ਹਾਂ, ਪਰ ਕੁਝ ਟਾਈਮ ਬਾਅਦ ਜਦੋਂ ਅਸੀਂ ਗੋਡੇ ਚੇਂਜ ਕਰਵਾ ਦਿੰਦੇ ਹਾਂ ਨਾ ਤਾਂ ਸਾਨੂੰ ਦਿੱਕਤਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ, ਜਿਵੇਂ ਮੌਸਮ ਬਦਲਦਾ ਤਾਂ ਵੀ ਦਿੱਕਤਾਂ ਆਉਂਦੀਆਂ ਨੇ। ਜਿਹੜੇ ਤੁਸੀਂ ਟੈਕਨੀਕ ਦੱਸੀ ਹੈ ਇਸ ਦੇ ਵਿੱਚ ਇਹ ਦਿੱਕਤਾਂ ਆਉਂਦੀਆਂ ਨੇ ਜਾਂ ਨਹੀਂ? ਐਸ ਕੰਪੇਅਰ ਟੂ ਜੇ ਆਪਾਂ ਕੰਪੇਅਰ ਕਰੀਏ ਪੁਰਾਣੇ ਆਪਰੇਸ਼ਨ ਤੋਂ ਤਾਂ FT 3D ਨੀ ਰੀਸਰਫੇਸਿੰਗ ਵਿੱਚ ਜਿਹੜੀਆਂ ਇਹ ਪ੍ਰੋਬਲਮਸ ਹੈ ਇਹ ਕੰਪੈਰੀਟਿਵਲੀ ਬਹੁਤ ਹੀ ਘੱਟ ਹੈ। ਅਗੇਨ ਉਸ ਦਾ ਕਾਰਨ ਜਿਹੜਾ ਉਸ ਦਾ ਕ੍ਰੈਡਿਟ ਜਾਂਦਾ ਇਟ ਇਜ਼ ਬਿਕੋਜ਼ ਆਫ ਦ ਯੂਜ਼ ਆਫ ਟੈਕਨੋਲੋਜੀ। ਹੁਣ ਤੁਸੀਂ ਖੁਦ ਇਮੇਜਿਨ ਕਰੋ ਜਿਵੇਂ ਪੁਰਾਣੇ ਵੇਲਿਆਂ ਵਿੱਚ ਕਿਸੇ ਵੀ ਮਰੀਜ਼ ਦਾ ਦੰਦ ਖਰਾਬ ਹੁੰਦਾ ਸੀਗਾ, ਡਾਕਟਰ 2 ਮਿੰਟ ਵਿੱਚ ਪਲਾਸ ਪਕੜ ਕੇ ਸਾਰਾ ਦੰਦ ਨਿਕਾਲ ਦਿੰਦੇ ਸੀਗੇ। ਅੱਜ ਕੱਲ ਤੁਸੀਂ ਜੇ ਪਿੱਛੇ ਪੇਸ਼ੈਂਟ ਨੂੰ ਪੁੱਛੋ ਕਿ ਦੰਦ ਖਰਾਬ ਹੋਇਆ ਤਾਂ ਬੜਾ ਹੀ ਐਕੂਰੇਟਲੀ ਪਹਿਲਾਂ ਤਾਂ ਉਹਨੂੰ ਇੱਕ ਮਾਈਕਰੋ ਡਰਿਲ ਦੇ ਨਾਲ ਖਰਾਬ ਹਿੱਸੇ ਨੂੰ ਨਿਕਾਲ ਦਿੱਤਾ ਜਾਂਦਾ, ਫਿਰ ਉਸ ਤੇ ਫਿਲਿੰਗ ਪਾ ਕੇ ਇੱਕ ਨਾਪ ਲਿੱਤਾ ਜਾਂਦਾ, ਫਿਰ ਕਿਸੇ ਲੈਬ ਵਿੱਚੋਂ ਇੱਕ ਮਾਡਲ ਬਣ ਕੇ ਆਉਂਦਾ ਹੈ ਜਿਹੜਾ ਕੈਪ ਬਣ ਕੇ ਆਉਂਦਾ, ਉਹ ਪੇਸ਼ੈਂਟ ਦੇ ਆਪਣੇ ਦੰਦ ਦੀ ਜੜ ਦੇ ਉੱਤੇ ਇਸ ਤਰ੍ਹਾਂ ਫਿੱਟ ਹੁੰਦਾ ਜਿਵੇਂ ਉਹਨਾਂ ਦਾ ਖੁਦ ਦਾ ਦੰਦ ਹੁੰਦਾ ਜੀ। ਇਹੀ ਸੇਮ ਟੈਕਨੋਲੋਜੀ ਜਿਹੜੀ ਹੈ ਜੇ ਆਪਾਂ ਗੋਡਿਆਂ ਦੇ ਵਿੱਚ ਯੂਜ਼ ਕਰਦੇ ਹਾਂ ਤਾਂ ਸੇਮ ਟੈਕਨੋਲੋਜੀ ਵਿੱਚ ਅਸੀਂ ਗੋਡਿਆਂ ਦਾ ਸਿਰਫ ਡੈਮੇਜ ਪਾਰਟ ਨੂੰ ਪਹਿਲਾਂ ਨਿਕਾਲ ਦਿੰਦੇ ਹਾਂ, ਸਾਰੇ ਗੋਡੇ ਨਹੀਂ ਨਿਕਾਲਦੇ, ਯਾਨੀ ਕਿ ਦੰਦ ਨੂੰ ਨਹੀਂ ਨਿਕਾਲਦੇ, ਸਾਰੇ ਗੋਡੇ ਨਿਕਾਲਣ ਦੀ ਲੋੜ ਹੀ ਨਹੀਂ ਹੁੰਦੀ। ਖਰਾਬ ਹਿੱਸੇ ਦੇ ਉੱਤੇ ਅਸੀਂ ਕੰਪਿਊਟਰਾਈਜ਼ਡ ਤਰੀਕੇ ਦੇ ਨਾਲ ਸਾਰੀ ਮੈਜ਼ਰਮੈਂਟ ਕਰਕੇ, ਸਾਰੀ ਪਲੈਨਿੰਗ ਕਰਕੇ ਫਿਰ ਅਸੀਂ ਕੈਪ ਕਰ ਦਿੰਦੇ ਹਾਂ, ਯਾਨੀ ਕਿ ਗੋਡਿਆਂ ਦੇ ਉੱਤੇ ਅਸੀਂ ਮੈਟੈਲਿਕ ਕੈਪ ਲਗਾ ਦਿੰਦੇ ਹਾਂ। ਜਦੋਂ ਘੱਟ ਹੱਡੀ ਨਿਕਾਲੀ ਜਾਏਗੀ, ਜਦੋਂ ਘੱਟ ਖੂਨ ਦਾ ਲਾਸ ਹੋਏਗਾ ਤਾਂ ਪੇਸ਼ੈਂਟ ਜਲਦੀ ਰਿਕਵਰ ਕਰੇਗਾ। ਤਾਂ ਜਿੰਨੀ ਵੀ ਤੁਸੀਂ ਪ੍ਰੋਬਲਮ ਜਿਹੜੀ ਦੱਸੀ ਸੀ ਉਹ ਪ੍ਰੋਬਲਮਸ ਜਿਹੜੀਆਂ ਉਹ ਕੰਪੈਰੀਟਿਵਲੀ ਬਹੁਤ ਘੱਟ ਜਾਂਦੀਆਂ। ਬਿਲਕੁਲ ਡਾਕਟਰ ਸਾਹਿਬ, ਪਿੰਡਾਂ ਦੇ ਵਿੱਚ ਨਾ ਬੀਬੀਆਂ ਦੀ ਇੱਕ ਬੜੀ ਕਹਾਵਤ ਹੈ, ਕਹਿੰਦੇ ਵੀ ਮੇਰੇ ਭੈਣੇ ਗੋਡੇ ਬਦਲਾਏ ਹੋਏ ਨੇ ਤੇ ਮੈਂ ਨੱਚ ਟੱਪ ਨਹੀਂ ਸਕਦੀ, ਤੇ ਜਿਹੜੀ ਟੈਕਨੀਕ ਤੁਸੀਂ ਦੱਸ ਰਹੇ ਹੋ ਕਿ ਇਸ ਨਾਲ ਬੰਦਾ ਨੱਚ ਟੱਪ ਸਕਦਾ ਕਿਸੇ ਹੱਦ ਤੱਕ ਯੈਸ। ਅਸੀਂ ਹਮੇਸ਼ਾ ਪੇਸ਼ੈਂਟ ਨੂੰ ਐਡਵਾਈਜ਼ ਕਰਦੇ ਹਾਂ ਕਿ ਆਪਰੇਸ਼ਨ ਤੋਂ ਬਾਅਦ ਤੁਸੀਂ ਜਿੰਨੇ ਜ਼ਿਆਦਾ ਐਕਟਿਵ ਰਹੋਗੇ ਉਨਾ ਜ਼ਿਆਦਾ ਤੁਹਾਡੇ ਗੋਡੇ ਠੀਕ ਰਹਿਣਗੇ। ਜਿੰਨਾ ਤੁਸੀਂ ਸੈਡੈਂਟਰੀ ਲਾਈਫ ਸਟਾਈਲ ਵਿੱਚ ਰਹੋਗੇ, ਜਿੰਨਾ ਤੁਸੀਂ ਬੈਠੇ ਰਹੋਗੇ, ਲੇਟੇ ਰਹੋਗੇ, ਪਏ ਰਹੋਗੇ, ਸੈਰ ਨਹੀਂ ਕਰੋਗੇ ਜਾਂ ਕਿਸੇ ਤਰ੍ਹਾਂ ਦੀ ਕੋਈ ਐਕਟੀਵਿਟੀ ਸਾਈਕਲਿੰਗ ਨਹੀਂ ਕਰੋਗੇ ਤਾਂ ਤੁਹਾਡੇ ਆਪਰੇਸ਼ਨ ਤੋਂ ਬਾਅਦ ਵੀ ਜਿਹੜੇ ਗੋਡੇ ਹੁੰਦੇ ਉਹ ਖਰਾਬ ਹੋਣ ਦਾ ਰਿਸਕ ਰਹਿੰਦਾ ਜੀ। ਤਾਂ ਯੈਸ ਡੈਫੀਨਿਟਲੀ ਸਾਡੇ ਬਹੁਤ ਪੇਸ਼ੈਂਟ ਭੰਗੜੇ ਦੇ ਬਹੁਤ ਸ਼ੌਕੀਨ ਹੁੰਦੇ ਆ, ਬਹੁਤ ਚੰਗੀ ਤਰ੍ਹਾਂ ਭੰਗੜਾ ਪਾਉਂਦੇ, ਸਾਨੂੰ ਵੀਡੀਓਜ਼ ਭੇਜਦੇ ਰਹਿੰਦੇ, ਬੜਾ ਚੰਗਾ ਲੱਗਦਾ। ਵਿਆਹ ਸ਼ਾਦੀ ਤੇ ਜਾ ਕੇ ਕਹਿੰਦੇ ਸੀ ਪਹਿਲਾਂ ਵੀਲਚੇਅਰ ਦੇ ਟੇਬਲ ਤੇ ਬੈਠੇ ਰਹਿੰਦੇ ਸੀ, ਅੱਜ ਕੱਲ੍ਹ ਅਸੀਂ ਆਪਰੇਸ਼ਨ ਤੋਂ ਬਾਅਦ ਭੰਗੜਾ ਪਾ ਸਕਦੇ ਹਾਂ, ਤਾਂ ਬੜਾ ਅੱਛਾ ਲੱਗਦਾ। ਯੈਸ ਉਹ ਭੰਗੜਾ ਪਾ ਸਕਦੇ ਆ, ਲੇਕਿਨ ਇੱਕ ਬੈਕ ਆਫ ਦਾ ਮਾਈਂਡ ਉਹਨਾਂ ਨੂੰ ਇਹ ਧਿਆਨ ਰੱਖਣ ਦੀ ਲੋੜ ਹੈ ਕਿ ਗਲਤੀ ਨਾਲ ਕਿਤੇ ਗਿਰ ਨਾ ਜਾਣ, ਸਲਿੱਪ ਨਾ ਹੋ ਜਾਣ, ਬਿਕੋਜ਼ ਹਿਊਮਨ ਬੋਡੀ ਹੈ, ਗਿਰ ਕੇ ਸੱਟ ਲੱਗ ਸਕਦੀ ਹੈ, ਗਿਰ ਕੇ ਮੋਚ ਆ ਸਕਦੀ ਹੈ। ਤਾਂ ਯੈਸ ਭੰਗੜਾ ਰੱਜ ਕੇ ਪਾਉਣ ਲੇਕਿਨ ਧਿਆਨ ਨਾਲ। ਬਿਲਕੁਲ, ਇੱਕ ਨਾ ਪੰਜਾਬੀਆਂ ਦੇ ਵਿੱਚ ਗੱਲ ਹੁੰਦੀ ਹੈ, ਕਹਿੰਦੇ ਟਿਕ ਕੇ ਨਹੀਂ ਬੈਠ ਸਕਦੇ, ਤੇ ਜਦੋਂ ਕਈ ਮਰੀਜ਼ਾਂ ਦੇ ਦਰਦ ਬਹੁਤ ਹੋ ਰਿਹਾ ਹੋਏਗਾ ਗੋਡੇ ਦਾ, ਡਾਕਟਰ ਨੇ ਕਹਿ ਵੀ ਦਿੱਤਾ ਹੋਏਗਾ ਵੀ ਆਪਰੇਸ਼ਨ ਹੋਣਾ, ਪਰ ਉਹ ਕਹਿੰਦੇ ਅਸੀਂ ਹਸਪੀਟਲ ਦੇ ਵਿੱਚ ਇੰਨੇ ਦਿਨ ਐਡਮਿਟ ਨਹੀਂ ਰਹਿ ਸਕਦੇ, ਤੇ ਜੇਕਰ ਤੁਹਾਡੇ ਹਸਪੀਟਲ ਦੇ ਵਿੱਚ ਜਿਹੜੀ ਟੈਕਨੀਕ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਉਸ ਦੇ ਰਾਹੀਂ ਆਪਣਾ ਆਪਰੇਟ ਕਰਾਉਂਦੇ ਨੇ ਤਾਂ ਉਸ ਦੇ ਲਈ ਕਿੰਨੇ ਦਿਨ ਐਡਮਿਟ ਹੋਣਾ ਪੈਂਦਾ ਹੈ ਕਿਸੇ ਮਰੀਜ਼ ਨੂੰ? ਨਾਰਮਲ ਜਿਹੜੇ ਆਪਰੇਸ਼ਨ ਬਿਨਾ FT 3D ਨੀ ਰੀਸਰਫੇਸਿੰਗ ਤੋਂ ਜਿਹੜੇ ਕੀਤੇ ਜਾਂਦੇ ਆ ਉਹਦੇ ਵਿੱਚ ਨਾਰਮਲ ਮਰੀਜ਼ ਨੂੰ ਦੋਨੇ ਗੋਡਿਆਂ ਦੇ ਇਲਾਜ ਲਈ ਲਗਭਗ ਹਫਤੇ ਤੋਂ 9 ਤੋਂ 10 ਦਿਨ ਤੱਕ ਰਹਿਣਾ ਪੈਂਦਾ। ਬਿਲਕੁਲ FT 3D ਨੀ ਰੀਸਰਫੇਸਿੰਗ ਵਿੱਚ ਕਿਉਂਕਿ ਸਾਡੀ ਜਿਹੜੀ ਸਾਰੀ ਪਲੈਨਿੰਗ ਹੈ ਉਹ ਕੰਪਿਊਟਰਾਈਜ਼ਡ ਤਰੀਕੇ ਨਾਲ ਕੀਤੀ ਜਾਂਦੀ ਹੈ, ਤਾਂ ਦੋਨੇ ਗੋਡਿਆਂ ਦਾ ਜੇ ਕੋਈ ਪੇਸ਼ੈਂਟ ਆਪਰੇਸ਼ਨ ਕਰਾਉਂਦਾ ਉਹਨੂੰ ਹਸਪਤਾਲ ਵਿੱਚ ਸਿਰਫ 3 ਦਿਨ ਰਹਿਣ ਦੀ ਲੋੜ ਹੈ। ਚੌਥੇ ਦਿਨ ਪੇਸ਼ੈਂਟ ਘਰੇ ਜਾਂਦੇ ਆ, ਤੇ ਜਿਹੜੇ ਦੂਰੋਂ ਆਉਂਦੇ ਆਪਦੀ ਗੱਡੀ 'ਚ ਬੈਠ ਕੇ ਆਉਂਦੇ ਕਾਰ, ਉਹਨਾਂ ਨੂੰ ਕੋਈ ਐਂਬੂਲੈਂਸ ਕਰਨ ਦੀ ਵੀ ਲੋੜ ਨਹੀਂ ਹੁੰਦੀ, ਉਹ ਆਰਾਮ ਨਾਲ ਆਪਣੀ ਕਾਰ ਵਿੱਚ ਬੈਠ ਕੇ ਹੀ ਘਰੇ ਜਾਂਦੇ, ਯਾਨੀ ਕਾਰ 'ਚ ਆਉਣ ਤੇ ਕਾਰ 'ਚ ਹੀ ਜਾਣ। ਐਗਜ਼ੈਕਟਲੀ। ਸਾਡੇ ਤੁਸੀਂ ਬਿਲੀਵ ਨਹੀਂ ਕਰੋਗੇ, ਸਾਡੇ ਕਈ ਪੇਸ਼ੈਂਟਸ ਇੰਨੀ ਦੂਰੋਂ ਮਹਾਰਾਸ਼ਟਰ ਤੋਂ, ਉੱਤਰਾਖੰਡ ਤੋਂ, ਰਾਜਸਥਾਨ ਤੋਂ ਟ੍ਰੇਨ ਫੜ ਕੇ ਆਉਂਦੇ ਆ ਤੇ ਆਪਰੇਸ਼ਨ ਕਰਾ ਕੇ ਵਾਪਸ ਟ੍ਰੇਨ 'ਚ ਬੈਠ ਕੇ ਚਲੇ ਜਾਂਦੇ, ਕੋਈ ਦਿੱਕਤ ਨਹੀਂ ਆਉਂਦੀ, ਕੋਈ ਦਿੱਕਤ ਨਹੀਂ ਆਉਂਦੀ। ਹੋਰ ਜਿਨ੍ਹਾਂ ਦਾ ਇੱਕ ਪਾਸੇ ਦਾ ਆਪਰੇਸ਼ਨ ਹੁੰਦਾ ਹੈ ਉਹਨਾਂ ਨੂੰ ਹਸਪੀਟਲ ਵਿੱਚ ਰਹਿਣ ਦੀ ਹੁੰਦੀ ਹੈ ਸਿਰਫ 2 ਦਿਨ ਦੀ ਲੋੜ, ਯਾਨੀ ਕਿ ਉਹ ਆਪਰੇਸ਼ਨ ਤੋਂ 3rd ਡੇ ਹੀ ਛੁੱਟੀ ਹੋ ਜਾਂਦੀ ਹੈ। ਤਾਂ ਲੰਬੇ ਟਾਈਮ ਵਾਸਤੇ ਹਸਪਤਾਲ ਵਿੱਚ ਰਹਿਣਾ ਕਿਸੇ ਨੂੰ ਵੀ ਪਸੰਦ ਨਹੀਂ ਹੁੰਦਾ, ਤਾਂ ਪੇਸ਼ੈਂਟ ਨੂੰ ਅਸੀਂ ਇੱਕ ਆਪਰੇਸ਼ਨ ਤੋਂ 1 ਦਿਨ ਪਹਿਲਾਂ ਅਸੀਂ ਐਡਮਿਟ ਕਰਦੇ ਹਾਂ ਤੇ ਆਪਰੇਸ਼ਨ ਤੋਂ ਦੂਸਰੇ ਜਾਂ ਤੀਸਰੇ ਦਿਨ ਅਸੀਂ ਛੁੱਟੀ ਕਰ ਦਿੰਦੇ ਹਾਂ। ਜੀ ਡਾਕਟਰ ਸਾਹਿਬ, ਇਹ ਜਿਹੜੇ ਤੁਸੀਂ ਆਪਰੇਸ਼ਨ ਦਾ ਜ਼ਿਕਰ ਕਰ ਰਹੇ ਹੋ ਇਹ ਕਿਸੇ ਵੀ ਉਮਰ ਦੇ ਵਿਅਕਤੀ ਦਾ ਕੀਤਾ ਜਾ ਸਕਦਾ ਹੈ? ਜੇ ਤੁਸੀਂ ਅੱਜ ਤੋਂ 10-15 ਸਾਲ ਪਹਿਲਾਂ ਦੇਖੋ ਤਾਂ ਇਹ ਆਪਰੇਸ਼ਨਾਂ ਦੀ ਲੋੜ ਪੈਂਦੀ ਸੀ ਸਿਰਫ ਬਜ਼ੁਰਗਾਂ ਨੂੰ। ਬਿਲਕੁਲ
70 ਸਾਲ 75 ਸਾਲ 80 ਸਾਲ ਦੇ ਜਿਹੜੇ ਆਪਣੇ ਬਜ਼ੁਰਗ ਹੁੰਦੇ ਸੀ ਉਹ ਇਹ ਆਪਰੇਸ਼ਨ ਕਰਾਉਂਦੇ ਸੀ। ਅੱਜ ਕੱਲ ਬਿਕੋਜ਼ ਆਫ ਸੈਡੈਂਟਰੀ ਲਾਈਫਸਟਾਈਲ, ਕਸਰਤਾਂ ਹੈ ਨਹੀਂ, ਸੈਰ ਨਹੀਂ ਕਰਦੇ, ਆਪਾਂ ਕਾਰ 'ਚ ਹੀ ਬੈਠੇ ਰਹਿੰਦੇ, ਬਾਈਕ ਤੇ ਬੈਠੇ ਰਹਿੰਦੇ ਆ, ਆਫਿਸ 'ਚ ਆਪਾਂ ਅੱਜ ਕੱਲ ਸਾਰੀ ਜਿਹੜੀ ਨਿਊਅਰ ਜਨਰੇਸ਼ਨ ਹੈ ਵੀ ਆਲ ਹੈਵ ਡੈਸਕ ਜੌਬ, ਬਿਲਕੁਲ ਸਾਰਾ ਦਿਨ ਬੈਠਣਾ ਹੈ, ਐਕਸਰਸਾਈਜ਼ ਘੱਟ ਹੈ, ਪੌੜੀਆਂ ਨਹੀਂ ਚੜ੍ਹਦੇ ਬਿਕੋਜ਼ ਲਿਫਟਸ ਲੱਗੀ ਵੀ ਹਰ ਜਗ੍ਹਾ। ਅੱਜ ਕੱਲ ਇਹ ਆਪਰੇਸ਼ਨ ਦੀ ਜਿਹੜੀ ਲੋੜ ਹੈ ਉਹ ਘੱਟ ਉਮਰ ਵਿੱਚ ਵੀ ਪੈਣ ਲੱਗ ਗਈ ਆ। ਹੁਣ ਸਾਡੀ ਓਪੀਡੀ ਵਿੱਚ ਕਈ ਪੇਸ਼ੈਂਟਸ ਹੁੰਦੇ ਹੂ ਆਰ ਜਸਟ 40 ਇਅਰਸ ਓਲਡ, 40 ਸਾਲ 42 ਸਾਲ 45 ਸਾਲ ਦੀ ਉਮਰ ਵਿੱਚ ਵੀ ਲੋਕਾਂ ਨੂੰ ਗੋਡੇ ਦੀ ਪ੍ਰੋਬਲਮ ਆਉਣ ਲੱਗ ਗਈ। ਤਾਂ ਯੈਸ, ਆਪਾਂ ਨੂੰ ਇਸੇ ਚੀਜ਼ ਨੂੰ ਧਿਆਨ ਵਿੱਚ ਰੱਖਦੇ ਹੋਏ ਜਿੰਨਾ ਜ਼ਿਆਦਾ ਆਪਾਂ ਟੈਕਨੋਲੋਜੀ ਨੂੰ ਯੂਜ਼ ਕਰਾਂਗੇ ਆਪਰੇਸ਼ਨ ਲਈ, ਤਾਂ ਇਹ ਆਪਰੇਸ਼ਨ ਸਾਰੀ ਉਮਰ ਲਾਸਟ ਕਰਨਗੇ। ਹੁਣ ਪੁਰਾਣੇ ਵੇਲੇ ਤਾਂ ਹੈ ਨਹੀਂ ਵੀ 80 ਸਾਲ ਦੀ ਉਮਰ ਵਿੱਚ ਜਾ ਕੇ ਆਪਰੇਸ਼ਨ ਕਰਾਉਣੇ ਤੇ ਉਸ ਤੋਂ ਬਾਅਦ ਉਮਰ ਕਿੰਨੀ ਕੁ ਰਹਿ ਜਾਂਦੀ ਹੈ ਆਪਾਂ ਨੂੰ ਫਿਕਰ ਕਰਨ ਦੀ ਲੋੜ ਹੀ ਨਹੀਂ ਹੁੰਦੀ। ਜੇ ਤੁਸੀਂ 40 ਸਾਲ 45 ਸਾਲ ਦੀ ਉਮਰ ਵਿੱਚ ਆਪਦੇ ਪ੍ਰਾਈਮ ਵਿੱਚ ਜੇ ਤੁਸੀਂ ਆਪਰੇਸ਼ਨ ਕਰਾਓਗੇ ਤਾਂ ਉਹ ਇੰਨੇ ਅੱਛੇ ਲਾਸਟ ਕਰਨੇ ਚਾਹੀਦੇ, ਇੰਨਾ ਚਿਰ ਚੱਲਣੇ ਚਾਹੀਦੇ ਕਿ ਬਾਅਦ ਵਿੱਚ ਲੋੜ ਹੀ ਨਾ ਪਵੇ ਦੁਬਾਰਾ ਕੁਝ ਕਰਨ ਦੀ, ਸਾਰੀ ਉਮਰ ਉਹ ਆਪਰੇਸ਼ਨ ਨਿਕਲ। ਇਸੇ ਲਈ ਟੈਕਨੋਲੋਜੀ ਦਾ ਇਸਤੇਮਾਲ ਕਰਨਾ ਬਹੁਤ ਜ਼ਰੂਰੀ ਹੁੰਦਾ। ਬਿਲਕੁਲ ਡਾਕਟਰ ਸਾਹਿਬ, ਇਸ ਆਪਰੇਸ਼ਨ ਤੋਂ ਬਾਅਦ ਦਵਾਈ ਮਰੀਜ਼ ਨੂੰ ਕਿੰਨਾ ਟਾਈਮ ਖਾਣੀ ਪੈਂਦੀ ਹੈ? ਨਾਰਮਲ ਜਿਹੜੀ ਐਂਟੀਬਾਇਓਟਿਕਸ ਹੁੰਦੀਆਂ ਤਾਂ ਕਿ ਜ਼ਖਮ ਛੇਤੀ ਠੀਕ ਹੋ ਜਾਏ, ਉਹ ਲਗਭਗ 15 ਦਿਨ ਵਾਸਤੇ ਜੀ, ਤੇ 15 ਦਿਨ ਤੋਂ ਬਾਅਦ ਅਗਲੇ 2 ਹਫ਼ਤੇ ਵਾਸਤੇ ਕੁਝ ਹਲਕੀ ਦਵਾਈਆਂ, ਸੋਜਿਸ਼ ਘਟਾਉਣ ਵਾਲੀਆਂ, ਪੇਟ ਵਿੱਚ ਐਸਿਡ ਨਾ ਬਣੇ, ਉਹ ਸਭ ਹਲਕੀਆਂ ਦਵਾਈਆਂ ਜਿਹੜੀਆਂ ਉਹ ਲਗਭਗ ਅਗਲੇ 2 ਹਫ਼ਤੇ ਯਾਨੀ ਕਿ 3 ਤੋਂ 4 ਹਫ਼ਤੇ ਦੀਆਂ ਥੋੜੀਆਂ ਦਵਾਈਆਂ ਖਾਣੀਆਂ ਪੈਂਦੀਆਂ। ਇੰਜੈਕਸ਼ਨ ਵਗੈਰਾ ਬਿਲਕੁਲ ਕੋਈ ਬਾਅਦ ਵਿੱਚ ਲਗਾਉਣ ਦੀ ਲੋੜ ਨਹੀਂ ਹੁੰਦੀ। ਜੇ ਕੋਈ ਮਰੀਜ਼ ਕਿਸੇ ਹੋਰ ਬਿਮਾਰੀ ਨਾਲ ਪੀੜਿਤ ਹੋਵੇ, ਚਾਹੇ ਉਹਨੂੰ ਸ਼ੂਗਰ ਹੈ ਜਾਂ ਫਿਰ ਉਸਨੂੰ ਥਾਇਰਾਇਡ ਹੈ ਜਾਂ ਕੋਈ ਹੋਰ ਦਿੱਕਤ ਆ ਰਹੀ ਹੈ, ਕਿ ਉਹ ਵੀ ਇਸ ਆਪਰੇਸ਼ਨ ਦਾ ਲਾਹਾ ਲੈ ਸਕਦਾ ਹੈ? ਬਿਲਕੁਲ। ਜੇ ਕਿਸੇ ਮਰੀਜ਼ ਨੂੰ ਡਾਇਬੀਟੀਜ਼ ਹੈ, ਸ਼ੂਗਰ ਹੈ, ਜਾਂ ਕਿਸੇ ਮਰੀਜ਼ ਨੂੰ ਹਾਰਟ ਦੀ ਪ੍ਰੋਬਲਮ ਹੈ, ਜਾਂ ਕਿਸੇ ਨੂੰ ਬਲੱਡ ਪ੍ਰੈਸ਼ਰ ਹੈ, ਕਿਸੇ ਨੂੰ ਕੋਈ XYZ ਪ੍ਰੋਬਲਮ ਹੈ, ਤਾਂ ਨਾਰਮਲ ਆਪਰੇਸ਼ਨ ਵਿੱਚ ਹਮੇਸ਼ਾ ਪੇਸ਼ੈਂਟ ਨੂੰ ਇਹ ਦੱਸਿਆ ਜਾਂਦਾ ਕਿ ਤੁਹਾਡੇ ਆਪਰੇਸ਼ਨ ਕਰਨ ਲਈ ਰਿਸਕ ਜ਼ਿਆਦਾ ਹੈ ਕਿਉਂਕਿ ਤੁਹਾਨੂੰ ਹੋਰ ਬਹੁਤ ਸਾਰੀਆਂ ਬਿਮਾਰੀਆਂ, ਕਿਉਂਕਿ ਜਿਹੜਾ ਨਾਰਮਲ ਆਪਰੇਸ਼ਨ ਹੁੰਦਾ ਹੈ ਬਿਨਾਂ ਕੰਪਿਊਟਰ ਤੋਂ ਜਿਹੜਾ ਆਪਰੇਸ਼ਨ ਹੁੰਦਾ ਹੈ ਉਹਦੇ ਵਿੱਚ ਸਮਾਂ ਜ਼ਿਆਦਾ ਲੱਗਦਾ ਹੈ, ਯਾਨੀ ਕਿ ਇੱਕ ਆਪਰੇਸ਼ਨ ਕਰਨ ਲਈ ਬਹੁਤ ਸਮਾਂ ਲੱਗਦਾ ਹੈ। ਬਿਲਕੁਲ। FT3D ਨੀ ਰੀਸਰਫੇਸਿੰਗ ਦੇ ਜਿਹੜਾ ਆਪਰੇਸ਼ਨ ਹੈ ਉਹ ਲਗਭਗ 20 ਤੋਂ 30 ਮਿੰਟ ਦੇ ਅੰਦਰ ਤਾਂ ਇੱਕ ਪਾਸੇ ਦਾ ਆਪਰੇਸ਼ਨ ਖਤਮ ਹੀ ਹੋ ਜਾਂਦਾ। ਤਾਂ ਜਿਹੜਾ ਰਿਸਕ ਹੈ ਆਪਰੇਸ਼ਨ ਕਰਨ ਦਾ ਉਹ ਕੰਪੈਰੀਟਿਵਲੀ ਬਹੁਤ ਹੀ ਘੱਟ ਹੈ ਐਸ ਕੰਪੇਅਰ ਟੂ ਦ ਨਾਨ ਕੰਪਿਊਟਰਾਈਜ਼ਡ ਆਪਰੇਸ਼ਨ। ਯਾਨੀ ਕਿ ਜਿਹੜੇ ਨਾਰਮਲ ਆਪਰੇਸ਼ਨਾਂ ਦੇ ਕੰਪੇਅਰ ਕਰੀਏ ਤਾਂ ਰਿਸਕ ਬਹੁਤ ਘੱਟ ਜਾਂਦਾ। ਤਾਂ ਜਿਨ੍ਹਾਂ ਨੂੰ ਹਾਰਟ ਦੀ ਪ੍ਰੋਬਲਮ ਹੈ, ਜਿਨ੍ਹਾਂ ਦੇ ਸਟੈਂਟ ਪਏ ਹੋਏ ਹੈ, ਜਿਨ੍ਹਾਂ ਨੂੰ ਸਾਹ ਦੀ ਪ੍ਰੋਬਲਮ ਹੈ, ਕਿਸੇ ਨੂੰ ਥਾਇਰਾਇਡ ਦੀ ਪ੍ਰੋਬਲਮ ਹੁੰਦੀ ਹੈ, ਕਿਸੇ ਨੂੰ ਸ਼ੂਗਰ ਹੁੰਦੀ ਹੈ, ਉਹਨਾਂ ਵਿੱਚ FT3D ਨੀ ਰੀਸਰਫੇਸਿੰਗ ਜ਼ਿਆਦਾ ਸੇਫ ਹੈ। ਤੇ ਆਪਰੇਸ਼ਨ ਤੋਂ ਬਾਅਦ ਠੀਕ ਹੋਣ ਵਾਸਤੇ ਇਹੋ ਜਿਹੇ ਪੇਸ਼ੈਂਟਸ ਨੂੰ ਜ਼ਿਆਦਾ ਮਿਹਨਤ ਕਰਨ ਦੀ ਲੋੜ ਨਹੀਂ। ਤੁਸੀਂ ਇਮੇਜਿਨ ਕਰੋ ਨਾਰਮਲ ਪੇਸ਼ੈਂਟ ਨੂੰ ਹਾਰਟ ਦੀ ਪ੍ਰੋਬਲਮ, ਆਪਾਂ ਕਹਿੰਦੇ ਤੁਸੀਂ ਨਾਰਮਲ ਆਪਰੇਸ਼ਨ ਤੋਂ ਬਾਅਦ ਤੁਸੀਂ ਬਹੁਤ ਜ਼ਿਆਦਾ ਕਸਰਤ ਕਰੋ, ਐਕਸਰਸਾਈਜ਼ ਕਰੋ, ਉਹ ਨਹੀਂ ਕਰ ਸਕਦੇ। ਜਿੰਨਾ ਘੱਟ ਤੋਂ ਘੱਟ, ਜਿੰਨਾ ਛੋਟਾ ਆਪਰੇਸ਼ਨ ਹੋਏਗਾ ਆਪਰੇਸ਼ਨ ਤੋਂ ਬਾਅਦ ਉਨੀ ਹੀ ਉਹਦੀ ਰਿਕਵਰੀ ਜਲਦੀ ਹੋਏਗੀ, ਤਾਂ ਪੇਸ਼ੈਂਟ ਜਲਦੀ ਆਪਣੀ ਨਾਰਮਲ ਲਾਈਫਸਟਾਈਲ ਵਿੱਚ ਚਲੇ ਜਾਂਦੇ। ਜੀ, ਇਸ ਦੇ ਵਿੱਚ ਖਾਣ ਪੀਣ ਦਾ ਵੀ ਕੋਈ ਪਰਹੇਜ਼ ਕਰਨਾ ਪੈਂਦਾ ਹੈ? ਜਿੰਨਾ ਚਿਰ ਦਵਾਈਆਂ ਚੱਲ ਰਹੀਆਂ ਹੁੰਦੀਆਂ ਉਹਨਾਂ ਚਿਰ ਯੈਸ ਥੋੜਾ ਜਿਹਾ ਘਰ ਦਾ ਖਾਣਾ ਹੀ ਖਾਣਾ ਚਾਹੀਦਾ। ਅਸੀਂ ਕਹਿੰਦੇ ਆ ਵੀ ਅਵੋਇਡ ਕਰਨਾ ਚਾਹੀਦਾ ਪ੍ਰੋਸੈਸਡ ਫੂਡ ਜਾਂ ਜ਼ਿਆਦਾ ਫਰਾਈਡ ਫੂਡ ਜਾਂ ਮਸਾਲੇਦਾਰ ਖਾਣਾ, ਬਿਕੋਜ਼ ਦਵਾਈਆਂ ਚੱਲ ਰਹੀਆਂ ਹੁੰਦੀਆਂ 2-3 ਹਫ਼ਤੇ ਵਾਸਤੇ। ਇੱਕ ਵਾਰੀ ਦਵਾਈਆਂ ਜਦੋਂ ਖਤਮ ਹੋ ਜਾਂਦੀਆਂ ਤਾਂ ਆਪਣੇ ਪੰਜਾਬੀਆਂ ਨੂੰ ਤਾਂ ਖਾਣ ਪੀਣ ਦਾ ਸ਼ੌਂਕ ਹੀ ਬਹੁਤ ਹੁੰਦਾ, ਤਾਂ ਉਸ ਤੋਂ ਬਾਅਦ ਅਸੀਂ ਕਹਿੰਦੇ ਥੋੜਾ ਜੋ ਮਨ ਕਰੇ ਆਪਣੇ ਆਰਾਮ ਨਾਲ ਆਪਦੀ ਪਸੰਦ ਦੇ ਨਾਲ ਤੁਸੀਂ ਜੋ ਮਰਜ਼ੀ ਖਾ ਸਕਦੇ ਹੋ, ਸਾਡੇ ਵੱਲੋਂ ਕੋਈ ਰੋਕ ਟੋਕ ਨਹੀਂ ਜੀ। ਹਾਂ, ਜਿਨ੍ਹਾਂ ਨੂੰ ਸ਼ੂਗਰ ਦੀ ਪ੍ਰੋਬਲਮ ਹੈ ਡੈਫੀਨਿਟਲੀ ਉਹਨਾਂ ਨੂੰ ਮਿੱਠਾ ਘੱਟ ਖਾਣਾ ਚਾਹੀਦਾ। ਜਿਨ੍ਹਾਂ ਨੂੰ ਹਾਰਟ ਦੀ ਪ੍ਰੋਬਲਮ ਹੈ ਉਹਨਾਂ ਨੂੰ ਘਿਓ ਜਾਂ ਬਟਰ ਜਾਂ ਜ਼ਿਆਦਾ ਹੈਵੀ ਫੂਡ ਨਹੀਂ ਖਾਣਾ ਚਾਹੀਦਾ। ਜੀ ਬਿਲਕੁਲ। ਤਾਂ ਡਾਕਟਰ ਸਾਹਿਬ, ਸਾਡੇ ਨਾਲ ਬਹੁਤ ਸਾਰੇ ਆਡੀਅנס ਜਿਹੜੀ ਸੰਪਰਕ ਕਰਦੀ ਹੈ ਨਾ, ਉਹ ਇਹ ਕਹਿੰਦੇ ਵੀ ਅਸੀਂ ਗੋਡੇ ਤਾਂ ਬਦਲਵਾ ਲਏ ਪਰ ਸਾਡਾ ਸੈੱਟ ਨਹੀਂ ਆਏ ਗੋਡੇ, ਸਾਡੇ ਦਰਦ ਹੁੰਦਾ, ਸਾਨੂੰ ਤੁਰਨ ਫਿਰਨ 'ਚ ਦਿੱਕਤ ਆਉਂਦੀ ਹੈ। ਤੇ ਇਹ ਜਿਹੜੀ ਤੁਸੀਂ ਨੀ ਸਰਫਿੰਗ ਆਪਰੇਸ਼ਨ ਕਹਿ ਰਹੇ ਹੋ, ਇਹ ਉਹਨਾਂ ਦੇ ਉੱਤੇ ਕੀਤਾ ਜਾ ਸਕਦਾ ਜਿਨ੍ਹਾਂ ਨੇ ਆਲਰੇਡੀ ਆਪਣੇ ਗੋਡੇ ਬਦਲਵਾਏ ਹੋਏ ਨੇ? ਨਹੀਂ, ਜਿਨ੍ਹਾਂ ਨੇ ਆਲਰੇਡੀ ਬਿਨਾਂ ਕੰਪਿਊਟਰ ਤੋਂ ਇੱਕ ਵਾਰੀ ਆਪਰੇਸ਼ਨ ਕਰਵਾ ਲਿਆ, ਨਥਿੰਗ ਕੈਨ ਬੀ ਡਨ। ਉਹ ਆਲਰੇਡੀ ਹੁਣ ਇੱਕ ਆਪਰੇਸ਼ਨ ਹੋ ਚੁੱਕਿਆ ਹੁੰਦਾ, ਤੇ ਜਿਹੜਾ ਉਸ ਤੋਂ ਬਾਅਦ ਆਪਰੇਸ਼ਨ ਕੀਤਾ ਜਦੋਂ ਬਹੁਤ ਵੱਡਾ ਆਪਰੇਸ਼ਨ ਹੁੰਦਾ। ਇਸੇ ਲਈ ਜ਼ਰੂਰੀ ਹੈ ਪੇਸ਼ੈਂਟ ਨੂੰ ਇੱਕ ਕੰਪੈਰੀਜ਼ਨ ਕਰਨਾ। ਦੇਖੋ, ਆਪਰੇਸ਼ਨ ਤਾਂ ਹਰ ਜਗ੍ਹਾ ਹੀ ਹੁੰਦੇ ਆ, ਹਰ ਹਸਪਤਾਲ ਵਿੱਚ ਗੋਡਿਆਂ ਦੇ ਆਪਰੇਸ਼ਨ ਬੜੇ ਕਾਮਨਲੀ ਹੁੰਦੇ ਆ, ਲੇਕਿਨ ਟੈਕਨੋਲੋਜੀ ਨਾਲ ਜਿਹੜੇ ਆਪਰੇਸ਼ਨ ਕੀਤੇ ਜਾਂਦੇ ਉਹ ਬਹੁਤ ਘੱਟ ਜਗ੍ਹਾ ਤੇ ਉਪਲਬਧ ਹੈ। ਯਾਨੀ ਕਿ ਸਰ ਜਿਹੜਾ ਅਸੀਂ FT3D ਰੀਸਰਫੇਸਿੰਗ ਕਰਦੇ ਆ ਉਹ ਸਾਰੇ ਇੰਡੀਆ ਵਿੱਚ 2 ਜਾਂ 3 ਜਗ੍ਹਾ ਤੇ ਜਾਂ 4 ਜਗ੍ਹਾ ਤੇ ਮੈਕਸਿਮਮ ਉਪਲਬਧ ਹੋਏਗਾ। ਉਹਦਾ ਕਾਰਨ ਹੈ ਜਿਹੜਾ ਅਸੀਂ ਸੌਫਟਵੇਅਰ ਯੂਜ਼ ਕਰਦੇ ਆ ਉਹ ਇੱਕ ਪੇਟੈਂਟ ਸੌਫਟਵੇਅਰ ਹੈ। ਪੇਟੈਂਟ ਸੌਫਟਵੇਅਰ ਦਾ ਮਤਲਬ ਹੈ ਕਾਪੀਰਾਈਟ ਜਿਵੇਂ ਹੁੰਦਾ, ਉਹ ਨਾਰਮਲੀ ਕੋਈ ਵੀ ਹਸਪੀਟਲ ਜਾਂ ਕੋਈ ਵੀ ਡਾਕਟਰ ਆਪਦੀ ਮਰਜ਼ੀ ਦੇ ਨਾਲ ਯੂਜ਼ ਨਹੀਂ ਕਰ ਸਕਦਾ। ਉਹਦਾ ਕਾਰਨ ਹੈ ਇਹ ਸੌਫਟਵੇਅਰ ਨੂੰ ਯੂਜ਼ ਕਰਨ ਲਈ, ਆਪਰੇਸ਼ਨ ਵਿੱਚ ਵਰਤੋਂ ਲਈ ਤੁਹਾਨੂੰ ਪਹਿਲਾਂ ਬਹੁਤ ਟ੍ਰੇਨਿੰਗ ਲੈਣੀ ਪੈਂਦੀ ਜੀ। ਤਾਂ ਮੇਰੀ ਟ੍ਰੇਨਿੰਗ ਜਿਹੜੀ ਹੈ ਉਹ ਲਗਭਗ 2 ਅਲੱਗ-ਅਲੱਗ ਜਰਮਨੀ ਦੇ ਅੱਡ-ਅੱਡ ਹਸਪੀਟਲਸ ਵਿੱਚ ਹੋਈ ਹੈ ਜੀ। ਉਸ ਤੋਂ ਇਲਾਵਾ ਜਿਹਦੀ ਟ੍ਰੇਨਿੰਗ ਦੇ ਵਿੱਚ ਸਾਨੂੰ ਸਿਖਾਇਆ ਜਾਂਦਾ, ਸਾਨੂੰ ਦੱਸਿਆ ਜਾਂਦਾ ਵੀ ਤੁਸੀਂ ਆਪਰੇਸ਼ਨ ਦੇ ਵਿੱਚ ਕਿਸ ਤਰ੍ਹਾਂ ਇਹ ਟੈਕਨੀਕ ਯੂਜ਼ ਕਰਨੀ ਹੈ, ਟੈਕਨੋਲੋਜੀ ਯੂਜ਼ ਕਰਨੀ ਹੈ, ਤਾਂ ਉਹੀ ਡਾਕਟਰਸ ਜਾਂ ਉਹੀ ਹਸਪੀਟਲਸ ਇਹ ਯੂਜ਼ ਕਰ ਸਕਦੇ ਆ ਜਿਨ੍ਹਾਂ ਨੇ ਟ੍ਰੇਨਿੰਗ ਲਿੱਤੀ ਹੁੰਦੀ ਜੀ।
ਬਿਲਕੁਲ ਡਾਕਟਰ ਸਾਹਿਬ, ਇੱਕ ਚੀਜ਼ ਕੋਈ ਦਰਸ਼ਕਾਂ ਦੇ ਮਨ 'ਚ ਇਹ ਵੀ ਆਉਂਦੀ ਹੋਣੀ ਹੈ ਕਿ ਸਪੋਜ਼ ਕਰ ਲਓ ਕਿ ਤੁਹਾਡੇ ਜਿਸ ਆਪਰੇਸ਼ਨ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਉਸ ਹਿੱਸੇ ਨੂੰ ਕੱਢਿਆ ਜਾਂਦਾ ਹੈ ਗੋਡੇ ਦੇ ਜਿਹੜਾ ਕਿ ਖਰਾਬ ਹੋ ਚੁੱਕਿਆ ਹੈ, ਡੈਮੇਜ ਹੋ ਚੁੱਕਿਆ ਹੈ। ਬਾਈ ਚਾਂਸ ਜੇਕਰ ਇਹ ਪਾਰਟ ਖਰਾਬ ਹੋ ਗਿਆ ਉਸ ਨੂੰ ਆਪਾਂ ਕੱਢ ਦਿੱਤਾ ਗਿਆ ਤੇ ਜੇਕਰ ਕੱਲ ਨੂੰ B ਪਾਰਟ ਖਰਾਬ ਹੁੰਦਾ ਤਾਂ ਦੁਬਾਰਾ ਉਹ ਆਪਰੇਸ਼ਨ ਕਰਵਾਇਆ ਜਾ ਸਕਦਾ ਹੈ? ਸਭ ਤੋਂ ਪਹਿਲਾਂ ਤਾਂ FT3D ਨੀ ਰੀਸਰਫੇਸਿੰਗ ਕਰਾਉਣ ਤੋਂ ਪਹਿਲਾਂ ਪੇਸ਼ੈਂਟਸ ਦੀ ਪੂਰੀ ਲੱਤ ਦਾ ਯਾਨੀ ਕਿ ਹਿਪ ਜੁਆਇੰਟ ਤੋਂ ਲੈ ਕੇ ਚੂਲੇ ਦੇ ਜੋੜ ਤੋਂ ਲੈ ਕੇ ਨੀਚੇ ਗਿੱਟੇ ਦੇ ਜੋੜ ਤੱਕ ਐਂਕਲ ਜੁਆਇੰਟ ਤੱਕ ਇੱਕ CT ਸਕੈਨ ਕਰਾਇਆ ਜਾਂਦਾ ਹੈ। ਯਾਨੀ ਕਿ ਉਹ CT ਸਕੈਨ ਦੇ ਨਾਲ ਸਾਨੂੰ ਲੱਤ ਦੀ ਪੂਰੀ ਅਲਾਈਨਮੈਂਟ ਬਾਰੇ, ਉਹਦੀ ਪੂਰੀ ਬਣਾਵਟ ਬਾਰੇ, ਕਿਹੜੇ ਪਾਸੋਂ ਹੱਡੀ ਕਿੰਨੀ ਖਰਾਬ ਹੈ, ਕਿੰਨੀ ਹੱਡੀ ਨਿਕਾਲਣ ਦੇ ਨਾਲ ਆਪਰੇਸ਼ਨ ਸਕਸੈਸਫੁਲੀ ਕੀਤਾ ਜਾ ਸਕਦਾ, ਇਹ ਸਾਰੀਆਂ ਚੀਜ਼ਾਂ ਸਾਨੂੰ CT ਸਕੈਨ ਦੇ ਵਿੱਚ ਪਤਾ ਚੱਲ ਜਾਂਦੀਆਂ ਜੀ। ਇਹ CT ਸਕੈਨ ਦੇ ਨਾਲ ਜਿਹੜਾ ਸਾਡੇ ਕੋਲੇ ਡੇਟਾ ਆਉਂਦਾ ਹੈ, ਯਾਨੀ ਕਿ CT ਸਕੈਨ ਦਾ ਇੱਕ 3D ਮਾਡਲ ਬਣ ਕੇ ਸਾਡੇ ਕੋਲੇ ਆਉਂਦਾ ਹੈ ਜੀ। 3D ਮਾਡਲ ਨੂੰ ਅਸੀਂ ਯੂਜ਼ ਕਰਦੇ ਹਾਂ ਜਿਹੜੀ ਸਾਡੀ ਪੇਟੈਂਟਡ ਟੈਕਨੋਲੋਜੀ ਹੈਗੀ ਹੈ ਮਸ਼ੀਨ ਲਰਨਿੰਗ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ। ਹੁਣ ਇਹ ਡੇਟਾ ਉਸ ਟੈਕਨੋਲੋਜੀ ਨੇ ਯੂਜ਼ ਕਰਨਾ ਤੇ ਇੱਕ ਵਰਚੁਅਲ ਸਰਜਰੀ ਕਰਨੀ। ਵਰਚੁਅਲ ਸਰਜਰੀ ਦਾ ਮਤਲਬ ਹੈ ਕਿ ਪੇਸ਼ੈਂਟ ਆਪਣੇ ਘਰੇ ਹੀ ਬੈਠਾ ਲੇਕਿਨ ਪੇਸ਼ੈਂਟ ਦੇ ਲੱਤ ਦੇ ਡੇਟਾ ਦੇ ਉੱਤੇ ਯਾਨੀ ਕਿ ਉਹਦੇ ਮਾਡਲ ਦੇ ਉੱਤੇ ਕੰਪਿਊਟਰ ਨੇ ਇੱਕ ਆਪਰੇਸ਼ਨ ਕਰਨਾ ਜੀ। ਕੰਪਿਊਟਰ ਨੇ ਬੜੇ ਐਕੂਰੇਟਲੀ ਇਹ ਦੱਸ ਦੇਣਾ ਕਿ ਪੇਸ਼ੈਂਟ ਦੇ ਮਰੀਜ਼ ਦੇ ਕਿਹੜੇ ਗੋਡੇ ਦੇ ਕਿਹੜੇ ਪਾਸੋਂ ਕਿੰਨੀ ਹੱਡੀ ਖਰਾਬ ਹੈ ਜੀ ਤੇ ਅਸੀਂ ਉੱਥੇ ਹੀ ਆਪਰੇਸ਼ਨ ਕਰਨਾ। ਨਾਰਮਲੀ ਪੇਸ਼ੈਂਟ ਦਾ ਕੀ ਹੁੰਦਾ, ਸਾਰੇ ਗੋਡੇ ਦੇ ਸਾਰੇ ਪਾਸੋਂ ਅੰਦਰ ਵਾਲੇ ਪਾਸੇ ਤੇ ਬਾਹਰ ਵਾਲੇ ਪਾਸੇ ਲਗਭਗ ਕੁਝ ਮਿਲੀਮੀਟਰ ਦਾ ਡੈਮੇਜ ਹੋਇਆ ਹੁੰਦਾ, ਯਾਨੀ ਕਿ 2 ਮਿਲੀਮੀਟਰ ਤੋਂ ਲੈ ਕੇ 10 ਮਿਲੀਮੀਟਰ ਤੱਕ ਦਾ ਨਾਰਮਲ ਡੈਮੇਜ ਹੋਇਆ ਹੁੰਦਾ। ਅਸੀਂ ਉਹ ਸਾਰਾ ਕੁਝ ਜਿਹੜਾ ਹੈ ਡੈਮੇਜ ਪਾਰਟ ਅਸੀਂ ਉਹਨੂੰ ਚੇਂਜ ਕਰਕੇ ਸਾਰੇ ਪਾਸੋਂ ਕਵਰ ਕਰ ਦਿੰਦੇ ਜੀ। ਤਾਂ ਅੱਗੇ ਜਾ ਕੇ ਕੋਈ ਗੁੰਜਾਇਸ਼ ਹੀ ਨਹੀਂ ਹੁੰਦੀ ਕਿ ਹੋਰ ਕੁਝ ਖਰਾਬ ਹੋਏਗਾ, ਬਿਕੋਜ਼ ਅਸੀਂ ਇਮੇਜਿਨ ਕਰੋ ਦੰਦ ਜੇ ਆਪਾਂ ਸਾਰੇ ਪਾਸੇ ਹੀ ਕਵਰ ਹੀ ਕਰਤੇ ਤਾਂ ਹੋਰ ਡੈਮੇਜ ਹੋ ਹੀ ਨਹੀਂ ਸਕਦਾਗਾ। ਯਾਨੀ ਕਿ ਪ੍ਰੋਪਰ ਸਿਕਿਉਰ ਆਪਰੇਸ਼ਨ ਹੈ। ਯੈਸ, ਇਟ ਇਜ਼ ਐਨ ਅਲਟੀਮੇਟ ਸੋਲੂਸ਼ਨ। ਜੀ। ਅਲਟੀਮੇਟ ਸੋਲੂਸ਼ਨ ਦਾ ਮਤਲਬ ਹੈ ਕਿ ਇਹ ਇੱਕ ਫਾਈਨਲ ਆਪਰੇਸ਼ਨ ਹੈ ਜਿਸ ਤੋਂ ਬਾਅਦ ਕੁਝ ਘਬਰਾਉਣ ਦੀ ਲੋੜ ਨਹੀਂ ਹੈ ਕਿ ਤੁਹਾਡਾ ਸਾਲ ਬਾਅਦ 2 ਸਾਲ ਬਾਅਦ 5 ਸਾਲ ਬਾਅਦ ਕੁਝ ਹੋਰ ਖਰਾਬ ਹੋ ਜਾਏਗਾ ਤਾਂ ਤੁਹਾਨੂੰ ਦੂਜੀ ਵਾਰੀ ਆਪਰੇਸ਼ਨ ਕਰਾਉਣਾ ਪਏਗਾ। ਇਟ ਇਜ਼ ਐਨ ਅਲਟੀਮੇਟ ਸੋਲੂਸ਼ਨ। ਬਿਲਕੁਲ ਡਾਕਟਰ ਸਾਹਿਬ, ਖਰਚੇ ਤੋਂ ਬਹੁਤ ਡਰਦੇ ਨੇ ਲੋਕ, ਕਹਿੰਦੇ ਖਰਚਾ ਬਹੁਤ ਆ ਜਾਏਗਾ। ਇਸ ਆਪਰੇਸ਼ਨ 'ਚ ਕਿੰਨਾ ਖਰਚਾ ਆ ਜਾਂਦਾ? ਨਾਰਮਲ ਆਪਰੇਸ਼ਨ ਦੇ ਕੰਪੈਰੀਟਿਵਲੀ ਇਹ ਜਿਹੜਾ ਖਰਚਾ ਹੈ ਪੇਸ਼ੈਂਟ ਦਾ ਉਹ ਨਾਰਮਲ ਆਪਰੇਸ਼ਨ ਤੋਂ ਥੋੜਾ ਜਿਹਾ ਜ਼ਿਆਦਾ ਹੁੰਦਾ ਹੈ। ਰੀਜ਼ਨ ਬੀਇੰਗ ਟੈਕਨੋਲੋਜੀ। ਹੁਣ ਟੈਕਨੋਲੋਜੀ ਜਿਹੜੀ ਖਾਸ ਕਰ ਜਿਹੜੀ ਪੇਟੈਂਟਡ ਟੈਕਨੋਲੋਜੀ ਹੈ ਉਹ ਥੋੜੀ ਜਿਹੀ ਖਰਚੀਲੀ ਹੁੰਦੀ ਹੈ, ਲੇਕਿਨ ਸਾਡੇ ਕੋਲੇ ਨੋ ਇੰਟਰਸਟ EMI ਸਕੀਮ ਹੈ। ਯਾਨੀ ਕਿ ਜਿਹੜੇ ਪੇਸ਼ੈਂਟ ਅਨਫੋਰਚੂਨੇਟਲੀ ਨਹੀਂ ਅਫੋਰਡ ਕਰ ਸਕਦੇਗੇ ਕੋਈ ਆਪਰੇਸ਼ਨ ਤਾਂ ਸਾਡੇ ਕੋਲੇ ਇਹੋ ਜਿਹੀਆਂ ਟਾਈ ਅਪਸ ਹੈ ਜਿਹਦੇ ਨਾਲ ਪੇਸ਼ੈਂਟ ਇੱਕ ਬਿਨਾ ਇੰਟਰਸਟ ਦਿੱਤੇ ਬਿਨਾ ਵਿਆਜ ਦਿੱਤੇ ਲੋਨ ਲੈ ਸਕਦੇ। ਉਹ ਸਿਰਫ ਗੋਡੇ ਦੇ ਆਪਰੇਸ਼ਨ ਦਾ ਹੀ ਹੋਏਗਾ ਤੇ ਉਹਨਾਂ ਨੇ ਵਾਪਸ ਉਨੇ ਹੀ ਪੈਸੇ ਦੇਣੇ ਆ ਜਿੰਨੇ ਉਹਨਾਂ ਨੇ ਲੋਨ ਲਿੱਤਾ ਹੋਇਆ ਬਿਨਾ ਵਿਆਜ ਤੋਂ ਬਿਨਾ। ਉਹਨੂੰ ਕਹਿੰਦੇ ਨੋ ਇੰਟਰਸਟ EMI। ਜੀ। ਮੈਂ ਹਮੇਸ਼ਾ ਸਾਰੇ ਪੇਸ਼ੈਂਟਸ ਨੂੰ ਕਹਿੰਦਾ ਹੁੰਦਾ ਕਿ ਸਿਹਤ ਦੇ ਸਾਹਮਣੇ ਖਰਚੇ ਦੇ ਬਾਰੇ ਜ਼ਿਆਦਾ ਨਹੀਂ ਸੋਚਣਾ ਚਾਹੀਦਾ। ਜਾਨ ਹੈ ਤਾਂ ਜਹਾਨ ਹੈ। ਬਿਲਕੁਲ। ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਪੇਸ਼ੈਂਟਸ ਨੂੰ ਜੇ ਤੁਹਾਨੂੰ ਲੱਗਦਾ ਹੈ ਕਿ ਹਲੇ ਤੁਹਾਡੇ ਕੋਲ ਇੰਤਜ਼ਾਮ ਨਹੀਂ ਹੋ ਸਕਦਾ 3 ਮਹੀਨੇ ਵੇਟ ਕਰ ਲਓ, ਪੈਸੇ ਜਮ੍ਹਾਂ ਕਰ ਲਓ, ਲੇਕਿਨ ਆਪਰੇਸ਼ਨ ਉਹੀ ਕਰਵਾਓ ਜਿਹੜਾ ਟੈਕਨੋਲੋਜੀਕਲੀ ਵੈਰੀਫਾਈਡ ਹੋਵੇ, ਜਿਹਦੇ ਤੇ ਆਪਾਂ ਨੂੰ ਭਰੋਸਾ ਹੋਵੇ। ਜਿਹੜਾ ਕਿ ਇਹ ਨਹੀਂ ਹੋਣਾ ਚਾਹੀਦਾ ਕਿ ਸਿਰਫ ਅਸੀਂ ਕਿਸੇ ਨੇ ਇੰਨੇ ਹਜ਼ਾਰ ਆਪਰੇਸ਼ਨ ਕੀਤੇ ਤਾਂ ਅਗਲਾ ਆਪਰੇਸ਼ਨ ਵੀ ਉਹ ਠੀਕ ਹੀ ਕਰੂਗਾ। देयर इज ऑलवेज अ रूम फॉर ਹਿਊਮਨ ਐਰਰ। ਹਿਊਮਨ ਐਰਰ ਤਾਂ ਕਿਸੇ ਤੋਂ ਵੀ ਹੋ ਸਕਦਾ। ਕੰਪਿਊਟਰ ਉਸੇ ਹਿਊਮਨ ਐਰਰ ਨੂੰ ਕੱਢਣ ਵਾਸਤੇ ਇਸਤੇਮਾਲ ਕੀਤਾ ਜਾਂਦਾ। ਹੁਣ ਅਸੀਂ ਹਰ ਇੱਕ ਪੇਸ਼ੈਂਟ ਦੇ ਹਰ ਇੱਕ ਗੋਡੇ ਦਾ CT ਸਕੈਨ ਇਸੇ ਲਈ ਕਰਾਉਂਦੇ, ਹਰ ਇੱਕ ਪੇਸ਼ੈਂਟ ਦੇ ਹਰ ਇੱਕ ਗੋਡੇ ਦੀ ਪਲੈਨਿੰਗ ਇਸੇ ਲਈ ਕਰਦੇ ਹਾਂ। ਆਲਦੋ ਮੈਂ ਹੁਣ ਇੰਨੇ ਆਪਰੇਸ਼ਨ ਕੀਤੇ, ਮੈਂ ਇਹ ਕਹਿ ਸਕਦਾ ਮੈਨੂੰ ਲੋੜ ਹੀ ਨਹੀਂ ਹੈ ਪਲੈਨਿੰਗ ਦੀ, ਬਟ ਦੈਟ ਵੁੱਡ ਬੀ ਪੇਸ਼ੈਂਟ ਵਾਸਤੇ ਗਲਤ ਹੋਏਗਾ। ਜੇ ਕਿਤੇ ਪੇਸ਼ੈਂਟ ਵਾਸਤੇ ਪੇਸ਼ੈਂਟ ਦੇ ਆਪਰੇਸ਼ਨ ਦੇ ਵਿੱਚ ਜੇ ਕੋਈ ਗਲਤੀ ਹੋ ਗਈ ਤਾਂ ਉਹਦੀ ਤਾਂ ਸਾਰੀ ਜ਼ਿੰਦਗੀ ਖਰਾਬ ਹੋ ਸਕਦੀ ਹੈ। ਦੈਟ ਇਜ਼ ਵਾਈ ਇਟ ਇਜ਼ ਇੰਪੋਰਟੈਂਟ ਕਿ ਟੈਕਨੋਲੋਜੀ ਨੂੰ ਅਸੀਂ ਜ਼ਿਆਦਾ ਤੋਂ ਜ਼ਿਆਦਾ ਮੈਡੀਕਲ ਫੀਲਡ ਦੇ ਵਿੱਚ ਇਸਤੇਮਾਲ ਕਰੀਏ ਤਾਂ ਕਿ ਪੇਸ਼ੈਂਟ ਨੂੰ ਬਾਅਦ ਵਿੱਚ ਕੋਈ ਪ੍ਰੋਬਲਮ ਨਾ ਆਵੇ। ਜੀ, ਯਾਨੀ ਕਿ ਹੀਲਿੰਗ ਹਸਪੀਟਲ ਦੇ ਵਿੱਚ ਮਾਹਿਰਾਂ ਦੀ ਟੀਮ ਦੇ ਵੱਲੋਂ ਸਾਰਾ ਆਪਰੇਸ਼ਨ ਕੀਤਾ ਜਾਂਦਾ ਤੇ ਕੋਈ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਂਦੀ? ਨਹੀਂ, ਹਾਲੇ ਤੱਕ ਤਾਂ ਟੱਚਵੁੱਡ ਕੋਈ ਦਿੱਕਤ ਨਹੀਂ ਆਈ। ਨਾਰਮਲੀ ਦੇਖੋ ਕੰਪਲਿਕੇਸ਼ਨਸ ਹੋਣ ਦਾ ਰੀਜ਼ਨ ਹੀ ਇਹੀ ਹੁੰਦਾ ਹੈ। ਕੰਪਲਿਕੇਸ਼ਨਸ ਤਾਂ ਹੀ ਆਉਂਦੀਆਂ ਜੇ ਆਪਰੇਸ਼ਨ ਕਰਨ ਲੱਗੇ ਕੋਈ ਮਿਸ ਅਲਾਈਨਮੈਂਟ ਹੋਈ ਹੋਵੇ, ਕੋਈ ਐਰਰ ਹੋਇਆ ਹੋਵੇ, ਕੋਈ ਗਲਤੀ ਰਹਿ ਗਈ ਹੋਵੇ ਜਾਂ ਕਾਹਲੀ ਵਿੱਚ ਆਪਰੇਸ਼ਨ ਕੀਤੇ ਗਏ ਹੋਣ। ਜੇ ਆਪਾਂ ਕੰਪਿਊਟਰ ਦੀ ਮਦਦ ਦੇ ਨਾਲ ਆਪਰੇਸ਼ਨ ਤੋਂ ਪਹਿਲਾਂ ਹੀ ਸਾਰੀਆਂ ਗਲਤੀਆਂ, ਸਾਰੇ ਪਰਮਿਊਟੇਸ਼ਨ ਕੰਬੀਨੇਸ਼ਨਸ ਜੋ ਵੀ ਹੈ, ਕੈਲਕੂਲੇਸ਼ਨਸ, ਪਲੈਨਿੰਗ ਬਹੁਤ ਹੀ ਕਲੀਅਰਲੀ ਤੇ ਬਹੁਤ ਹੀ ਐਕੂਰੇਟਲੀ ਕਰ ਲਈਏ ਤਾਂ ਕੋਈ ਰੂਮ ਬਚਦਾ ਹੀ ਨਹੀਂਗਾ। देयर इज नो ਰੂਮ ਕਿ ਕੋਈ ਐਰਰ ਆ ਜਾਏਗਾ। ਪਲੱਸ ਜਿਹੜੇ ਕੰਪਿਊਟਰ ਸੌਫਟਵੇਅਰ ਜਿਹੜੇ ਅੱਜ ਕੱਲ੍ਹ ਅਵੇਲੇਬਲ ਹੈ ਉਹਨਾਂ ਦੇ ਵਿੱਚ ਜਿਹੜਾ ਐਰਰ ਦਾ ਚਾਂਸ ਹੁੰਦਾ ਹੈ ਇਟ ਇਜ਼ ਲੈਸ ਦੈਨ 0.5 ਮਿਲੀਮੀਟਰ, ਯਾਨੀ ਕਿ 0.5 ਮਿਲੀਮੀਟਰ ਤੋਂ ਘੱਟ ਐਰਰ ਹੋਣ ਦਾ ਚਾਂਸ ਵੀ ਨਹੀਂ ਹੁੰਦਾ। 1 ਡਿਗਰੀ 0.5 ਡਿਗਰੀਜ਼ ਤੋਂ ਐਂਗਲ ਮਿਸਮੈਚ ਹੋਣ ਦਾ ਵੀ ਕੋਈ ਰਿਸਕ ਨਹੀਂ ਹੁੰਦਾ। ਤਾਂ FT3D ਨੀ ਰੀਸਰਫੇਸਿੰਗ ਵਿੱਚ ਕੰਪੈਰੀਟਿਵਲੀ
ਕੰਪਲਿਕੇਸ਼ਨ ਜਿਹੜਾ ਹੋਣ ਦਾ ਚਾਂਸ ਹੈ ਉਹ ਬਹੁਤ ਘੱਟ ਹੈ। ਜੀ, ਗੋਡਿਆਂ ਦੇ ਦਰਦ ਦਾ ਆਪਾਂ ਬਹੁਤ ਜ਼ਿਕਰ ਕਰ ਲਿਆ, ਇਸ ਤੋਂ ਇਲਾਵਾ ਹੋਰ ਤੁਹਾਡੇ ਹਸਪੀਟਲ ਦੀ ਕੀ ਸਪੈਸ਼ਲਾਈਜੇਸ਼ਨਸ ਨੇ? ਸਾਡਾ ਹਸਪੀਟਲ ਜਿਵੇਂ ਮੈਂ ਦੱਸਿਆ ਇੱਕ 100 ਬੈੱਡਡ NABH accredited ਹਸਪੀਟਲ, ਇਟ ਇਜ਼ ਅ ਮਲਟੀ ਸਪੈਸ਼ਲਿਟੀ ਹਸਪੀਟਲ ਜਿਹਦੇ ਵਿੱਚ ਸਾਰੇ ਡਿਪਾਰਟਮੈਂਟਸ ਹੈ। ਸਾਡੇ ਕੋਲੇ ਲਗਭਗ 40 ਤੋਂ 50 ਡਾਕਟਰਸ ਹੈ ਅਲੱਗ-ਅਲੱਗ ਸਪੈਸ਼ਲਿਟੀਜ਼ ਦੇ, ਤੇ ਜਿਹੜੇ ਫੁੱਲ ਟਾਈਮ ਸਾਡੇ ਕੋਲੇ ਅਵੇਲੇਬਲ ਹੈ। ਤਾਂ ਆਪਰੇਸ਼ਨ ਤੋਂ ਪਹਿਲਾਂ, ਆਪਰੇਸ਼ਨ ਦੇ ਦੌਰਾਨ ਜਾਂ ਆਪਰੇਸ਼ਨ ਤੋਂ ਬਾਅਦ ਵੀ ਜੇ ਕਿਸੇ ਨੂੰ ਕਿਸੇ ਵੀ ਤਰੀਕੇ ਦੀ ਹੋਰ ਕੋਈ ਪ੍ਰੋਬਲਮ ਜੇ ਆ ਰਹੀ ਹੋਵੇ ਤਾਂ ਵੀ ਆਰ ਵੈਲ ਇਕਵਿਪਡ ਕਿ ਅਸੀਂ ਪੇਸ਼ੈਂਟ ਨੂੰ ਬਜਾਏ ਇੱਧਰ ਉੱਧਰ ਰੈਫਰ ਕਰਨ ਦੇ ਅਸੀਂ ਇਨ ਹਾਊਸ ਹੀ ਹਸਪੀਟਲ ਦੇ ਅੰਦਰ ਹੀ ਸਾਰੇ ਡਾਕਟਰਸ ਨਾਲ ਰਾਏ ਕਰਕੇ ਅਸੀਂ ਉਹਨਾਂ ਦਾ ਇਲਾਜ ਕਰ ਸਕਦੇ ਹਾਂ। ਜੀ, ਤਾਂ ਜਿਹੜੇ ਆਡੀਅנס ਕਰਵਾਉਣਾ ਚਾਹੁੰਦੀ ਹੈ ਗੋਡਿਆਂ ਦੇ ਦਰਦ ਦਾ ਆਪਰੇਸ਼ਨ, ਉਹਨਾਂ ਨੂੰ ਕੀ ਅਪੀਲ ਕਰੋਗੇ? ਮੈਂ ਸਾਰੇ ਪੇਸ਼ੈਂਟਸ ਨੂੰ ਇਹੀ ਸਲਾਹ ਦਿੰਦਾ ਹੁੰਦਾ ਕਿ ਆਪਣੇ ਗੋਡਿਆਂ ਦੀ ਪ੍ਰੋਬਲਮ ਨੂੰ ਇਗਨੋਰ ਨਹੀਂ ਕਰਨਾ ਚਾਹੀਦਾ। ਜੀ, ਇਗਨੋਰ ਦਾ ਮਤਲਬ ਇਹ ਨਹੀਂ ਸੋਚਣਾ ਚਾਹੀਦਾ ਕਿ ਮੇਰੇ ਗੋਡੇ ਪਹਿਲਾਂ ਇੰਨੇ ਖਰਾਬ ਹੋ ਜਾਣਗੇ ਕਿ ਮੈਂ ਉਸ ਤੋਂ ਬਾਅਦ ਕਿ ਮੈਂ ਬਿਲਕੁਲ ਤੁਰੇ ਫਿਰ ਹੀ ਨਹੀਂ ਸਕੂੰਗਾ, ਫੇਰ ਹੀ ਆਪਰੇਸ਼ਨ ਕਰਾਉਂਗਾ। ਇਹ ਧਾਰਨਾ ਜਿਹੜੀ ਹੈ ਅੱਜ ਤੋਂ 15 ਸਾਲ 20 ਸਾਲ ਪਹਿਲਾਂ ਸਹੀ ਮੰਨੀ ਜਾਂਦੀ ਸੀ, ਬਿਕੋਜ਼ ਸਾਡੇ ਕੋਲ ਇਹੋ ਜਿਹੀਆਂ ਟੈਕਨੋਲੋਜੀਜ਼ ਅਵੇਲੇਬਲ ਨਹੀਂ ਸੀ। ਪਹਿਲਾਂ ਤੁਸੀਂ ਅੱਜ ਤੋਂ 10 ਸਾਲ ਪਹਿਲਾਂ 15 ਸਾਲ ਪਹਿਲਾਂ ਦੀ ਗੱਲ ਕਰੋ ਤਾਂ ਆਪਰੇਸ਼ਨ ਦੀ ਨਾਰਮਲ ਬੁਨਿਆਦ ਹੁੰਦੀ ਸੀਗੀ 7 ਸਾਲ 8 ਸਾਲ 10 ਸਾਲ ਮੈਕਸਿਮਮ 12 ਸਾਲ। ਜਿਹੜੇ ਅੱਜ ਕੱਲ੍ਹ ਅਸੀਂ ਆਪਰੇਸ਼ਨ ਕਰਦੇ ਹਾਂ ਵਿਦ ਦ ਹੈਲਪ ਆਫ ਟੈਕਨੋਲੋਜੀ, ਵਿਦ ਦ ਹੈਲਪ ਆਫ ਬੈਟਰ ਇੰਪਲਾਂਟ, ਜਿਹੜੇ ਅਸੀਂ ਇੰਪਲਾਂਟ ਕੈਪ ਯੂਜ਼ ਕਰਦੇ ਹਾਂ ਅੱਜ ਕੱਲ੍ਹ ਟਾਈਟੇਨੀਅਮ ਨਿਓਬੀਅਮ ਨਾਈਟਰਾਈਡ ਦੇ ਨਾਲ ਕੋਟਡ ਹੁੰਦੇ ਹੈ, ਯਾਨੀ ਕਿ ਉਹਨਾਂ ਦੇ ਉੱਤੇ ਟਾਈਟੇਨੀਅਮ ਦੀ ਕੋਟਿੰਗ ਹੁੰਦੀ ਜੀ, ਤਾਂ ਉਹ ਜ਼ਿਆਦਾ ਲਾਸਟ ਕਰਦੇ ਹੈ। ਐਵਰੇਜ ਜਿਹੜੀ ਲਾਈਫ ਹੈ ਟਾਈਟੇਨੀਅਮ ਕੋਟਡ ਇੰਪਲਾਂਟਸ ਦੀ ਉਹ ਲਾਈਫ ਹੁੰਦੀ ਹੈ 25 ਸਾਲ 30 ਸਾਲ। ਤਾਂ ਇਹ ਸੋਚਣਾ ਕਿ ਜਦੋਂ ਮੇਰੇ ਗੋਡੇ ਇੰਨੇ ਖਰਾਬ ਹੋ ਜਾਣਗੇ ਕਿ ਮੈਂ ਬਿਲਕੁਲ ਤੁਰ ਫਿਰ ਹੀ ਨਹੀਂ ਪਾਊਂਗਾ ਉਦੋਂ ਹੀ ਆਪਰੇਸ਼ਨ ਕਰਾਉਣਾ, ਉਹ ਬਿਲਕੁਲ ਗਲਤ ਹੈ। ਜਦੋਂ ਵੀ ਤੁਹਾਨੂੰ ਲੱਗੇ, ਕਿਸੇ ਵੀ ਪੇਸ਼ੈਂਟ ਨੂੰ ਲੱਗੇ ਕਿ ਗੋਡਿਆਂ ਵਿੱਚ ਤਕਲੀਫ ਹੋਣੀ ਸ਼ੁਰੂ ਹੋ ਗਈ, ਇੱਕ ਵਾਰੀ ਡਾਕਟਰ ਨਾਲ ਮਿਲੋ, ਜੀ ਤੁਹਾਨੂੰ ਸਹੀ ਸਲਾਹ ਹੀ ਦੇਣਗੇ। ਬਿਲਕੁਲ। ਤਾਂ ਡਾਕਟਰ ਸਾਹਿਬ, ਬਹੁਤ ਸਾਰੇ ਦਰਸ਼ਕ ਤੁਹਾਡੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਿਸ ਤਰ੍ਹਾਂ ਕਰ ਸਕਦੇ ਨੇ, ਕਿਵੇਂ ਤੁਹਾਡੇ ਨਾਲ ਟਾਈ ਅਪ ਕਰ ਸਕਦੇ ਨੇ? ਅਸੀਂ ਤੁਹਾਡੇ ਸਕਰੀਨ ਤੇ ਹੁਣੇ ਸਾਰੇ ਨੰਬਰਸ, ਸਾਡੀ ਵੈਬਸਾਈਟ, ਈਮੇਲ ਐਡਰੈਸਸ, WhatsApp ਨੰਬਰ ਅਸੀਂ ਪ੍ਰੋਵਾਈਡ ਕਰਦੇ ਪਏ ਹਾਂ। ਕਿਸੇ ਵੀ ਪੇਸ਼ੈਂਟ ਨੂੰ ਜੇ ਕੋਈ ਡਾਊਟ ਹੋਵੇ ਤਾਂ ਉਹ ਸਾਡੇ ਨਾਲ ਡਾਇਰੈਕਟ WhatsApp ਕਰ ਸਕਦਾ। ਕਿਸੇ ਨੇ ਕੋਈ ਸੈਕੰਡ ਓਪੀਨੀਅਨ ਲੈਣਾ ਹੋਵੇ, ਕਿਸੇ ਨੂੰ ਆਲਰੇਡੀ ਸਰਜਰੀ ਐਡਵਾਈਸ ਕੀਤੀ ਵੀ ਹੋਵੇ ਤਾਂ ਸਾਡੇ WhatsApp ਨੰਬਰ ਤੇ ਆਪਣੇ ਪੁਰਾਣੇ ਐਕਸ-ਰੇ, ਆਪਣੀ ਪੁਰਾਣੇ ਰਿਪੋਰਟਾਂ ਸਾਨੂੰ ਭੇਜ ਸਕਦੇ ਆ। ਅਸੀਂ ਰਿਪੋਰਟਸ ਨੂੰ ਮੈਂ ਪਰਸਨਲੀ ਦੇਖ ਕੇ ਤੁਹਾਨੂੰ ਅਸੀਂ ਕਾਲ ਬੈਕ ਕਰਦੇ ਹਾਂ ਤੇ ਤੁਹਾਨੂੰ ਆਪਸ਼ਨਸ ਦਿੰਦੇ ਆ ਕਿ ਤੁਸੀਂ ਸਾਡੇ ਕੋਲ ਕਿਦੋਂ ਆ ਕੇ ਮਿਲ ਸਕਦੇ ਜੀ। ਜਾਂ ਜਾਂਦੇ ਇੱਕ ਵਾਰ ਫਿਰ ਤੋਂ ਆਪਣਾ ਐਡਰੈਸ ਜ਼ਰੂਰ ਦੱਸ ਦਿਓ, ਕਿਉਂਕਿ ਬਹੁਤ ਸਾਰੇ ਲੋਕ ਸਾਨੂੰ ਬਾਰ-ਬਾਰ ਸਵਾਲ ਕਰਦੇ ਨੇ ਵੀ ਸਾਨੂੰ ਪਤਾ ਨਹੀਂ ਲੱਗਿਆ ਵੀ ਇਹ ਹਸਪੀਟਲ ਹੈ ਕਿੱਥੇ ਹੈ। ਸਾਡਾ ਹਸਪੀਟਲ ਹੀਲਿੰਗ ਸੁਪਰ ਸਪੈਸ਼ਲਿਟੀ ਹਸਪੀਟਲ 34 ਸੈਕਟਰ ਚੰਡੀਗੜ੍ਹ, ਹਾਰਟ ਆਫ ਚੰਡੀਗੜ੍ਹ ਦੇ ਵਿੱਚ ਲੋਕੇਟਡ ਹੈ। ਜੀ ਬਿਲਕੁਲ। ਤਾਂ FT 3D ਨੀ ਸਰਫੇਸਿੰਗ ਜਿਹੜਾ ਇਹ ਆਪਰੇਸ਼ਨ ਕਰਵਾ ਲਿਆ ਤਾਂ ਉਸ ਤੋਂ ਬਾਅਦ ਗੋਡਿਆਂ ਦਰਦ ਲਾਈਫ ਟਾਈਮ ਲਈ ਛੂ ਮੰਤਰ ਹੋ ਜਾਏਗਾ। ਬਿਲਕੁਲ ਬਿਲਕੁਲ, ਕਿਉਂਕਿ ਬਿਕੋਜ਼ ਟੈਕਨੋਲੋਜੀ ਨੂੰ ਆਪਾਂ ਪੇਸ਼ੈਂਟ ਦੀ, ਮਰੀਜ਼ਾਂ ਦੀ ਹੈਲਥ ਦੇ ਲਈ ਯੂਜ਼ ਕਰਾਂਗੇ ਤਾਂ ਪੇਸ਼ੈਂਟ ਨੂੰ ਬੈਨੀਫਿਟ ਹੀ ਮਿਲੇ। ਡਾਕਟਰ ਸਾਹਿਬ, ਜਿਹੜਾ ਬਾਹਰ ਬਾਕੀ ਹਸਪੀਟਲ ਦੇ ਵਿੱਚ ਆਪਰੇਸ਼ਨ ਕੀਤਾ ਜਾਂਦਾ ਹੈ ਗੋਡਿਆਂ ਦਾ, ਉਸ ਆਪਰੇਸ਼ਨ ਅਤੇ FT 3D ਨੀ ਸਰਫੇਸਿੰਗ ਆਪਰੇਸ਼ਨ ਦੇ ਵਿੱਚ ਫਰਕ ਕੀ ਹੈ? ਜੇ ਪੇਸ਼ੈਂਟ ਦੀ ਗੱਲ ਕਰੀਏ, ਪੇਸ਼ੈਂਟ ਨੂੰ ਜਿਹੜੇ FT 3D ਨੀ ਸਰਫੇਸਿੰਗ ਦੇ ਨਾਲ ਬੈਨੀਫਿਟਸ ਮਿਲਦੇ ਆ। ਨੰਬਰ 1 ਬੈਨੀਫਿਟ, ਸਭ ਤੋਂ ਜਿਹੜਾ ਇੰਪੋਰਟੈਂਟ ਬੈਨੀਫਿਟ ਹੈ ਉਹ ਤਾਂ ਹੈ ਕਿ ਪੇਸ਼ੈਂਟ ਨੂੰ ਸਿਰਫ ਖਰਾਬ ਹਿੱਸੇ ਨੂੰ ਹੀ ਨਿਕਲਵਾਉਣ ਦੀ ਲੋੜ ਹੁੰਦੀ ਹੈ, ਸਾਰੇ ਗੋਡੇ ਬਦਲਵਾਉਣ ਦੀ ਲੋੜ ਨਹੀਂ ਹੁੰਦੀ। ਨੰਬਰ 2 ਜਿਹੜਾ ਦਾ ਮੋਸਟ ਇੰਪੋਰਟੈਂਟ ਬੈਨੀਫਿਟ ਹੈ, ਇਹ ਬਹੁਤ ਐਕੂਰੇਟ ਆਪਰੇਸ਼ਨ ਹੈ, ਯਾਨੀ ਕਿ ਕੰਪਿਊਟਰ ਨਾਲ ਵੈਰੀਫਾਈ ਕਰਕੇ ਹੀ ਆਪਰੇਸ਼ਨ ਕੀਤਾ ਜਾਂਦਾ। ਨਾਰਮਲ ਆਪਰੇਸ਼ਨ ਤੇ FT 3D ਨੀ ਰੀਸਰਫੇਸਿੰਗ ਦੇ ਵਿੱਚ ਹੋਰ ਮੇਜਰ ਜਿਹੜਾ ਡਿਫਰੈਂਸ ਹੈ, ਨਾਰਮਲ ਆਪਰੇਸ਼ਨ ਨੂੰ ਕਰਨ ਲਈ ਹਰ ਇੱਕ ਪੇਸ਼ੈਂਟ ਦੀ ਪੱਟ ਵਾਲੀ ਹੱਡੀ ਨੂੰ, ਜਿਹਨੂੰ ਅਸੀਂ ਥਾਈ ਬੋਨ ਕਹਿੰਦੇ ਹਾਂ, ਫੀਮਰ ਬੋਨ ਦੇ ਵਿੱਚ ਰੋਡ ਪਾ ਕੇ ਆਪਰੇਸ਼ਨ ਕੀਤਾ ਜਾਂਦਾ, ਜਿਹਨੂੰ ਅਸੀਂ ਇੰਟਰਾਮੈਡੂਲਰੀ ਅਲਾਈਨਮੈਂਟ ਰੋਡ ਕਹਿੰਦੇ ਹਾਂ। ਇਹ ਲਗਭਗ 1 ਫੁੱਟ ਲੰਬੀ, 1.25 ਫੁੱਟ ਲੰਬੀ ਇੱਕ ਰੋਡ ਹੁੰਦੀ ਹੈ ਜਿਹਨੂੰ ਕਹਿੰਦੇ ਇੰਟਰਾਮੈਡੂਲਰੀ ਅਲਾਈਨਮੈਂਟ ਰੋਡ। ਇਹ ਰੋਡ ਦਾ ਇਸਤੇਮਾਲ ਹੁੰਦਾ ਹੈ ਆਪਰੇਸ਼ਨ ਦੀ ਅਲਾਈਨਮੈਂਟ ਕੈਲਕੂਲੇਟ ਕਰਨ ਲਈ। ਲੇਕਿਨ ਜਦੋਂ ਅਸੀਂ ਆਪਰੇਸ਼ਨ ਕਰਨ ਲਈ ਪੱਟ ਵਾਲੀ ਹੱਡੀ ਦੇ ਵਿੱਚ ਇਹ ਰੋਡ ਪਾ ਕੇ ਅਸੀਂ ਡਰਿਲ ਕਰਦੇ ਹਾਂ ਤਾਂ ਹੱਡੀ ਦੀ ਜਿਹੜੀ ਹੈ ਤਾਕਤ ਘਟ ਜਾਂਦੀ ਹੈ, ਉਹਦੀ ਵੀਕਨੈਸ ਹੋ ਜਾਂਦੀ ਹੈ, ਵੀਕ ਹੋ ਜਾਂਦੀ ਹੈ ਹੱਡੀ, ਤੇ ਬੜੇ ਸਾਲਾਂ ਲਈ ਇਹ ਹੱਡੀ ਜਿਹੜੀ ਹੈ ਉਹ ਦਰਦ ਕਰਦੀ ਰਹਿੰਦੀ ਹੈ। FT 3D ਨੀ ਰੀਸਰਫੇਸਿੰਗ ਵਿੱਚ ਇਹ ਰੋਡ ਨਾ ਤਾਂ ਪਾਉਣ ਦੀ ਲੋੜ ਹੁੰਦੀ ਹੈ, ਨਾ ਹੱਡੀ ਨੂੰ ਡਰਿਲ ਕਰਨ ਦੀ ਲੋੜ ਹੁੰਦੀ ਹੈ। ਯਾਨੀ ਕਿ ਪੇਸ਼ੈਂਟ ਦੀ ਪੱਟ ਵਾਲੀ ਜਿਹੜੀ ਹੱਡੀ ਹੈ ਉਹਨੂੰ ਅਸੀਂ ਓਪਨ ਹੀ ਨਹੀਂ ਕਰਦੇ ਕਿ ਤਾਂ ਇੰਟਰਾਮੈਡੂਲਰੀ ਅਲਾਈਨਮੈਂਟ ਰੋਡ ਦਾ ਇਸਤੇਮਾਲ ਹੀ ਨਹੀਂ ਕਰਨਾ ਪੈਂਦਾ। ਤਾਂ ਪੇਸ਼ੈਂਟ ਦੀ ਜਿਹੜੀ ਥਾਈ ਬੋਨ ਆ ਉਹਦੀ ਤਾਕਤ ਜਿਵੇਂ ਪਹਿਲਾਂ ਸੀ ਉਸੇ ਤਰ੍ਹਾਂ ਬਰਕਰਾਰ ਰਹਿੰਦੀ ਹੈ। ਤਾਂ ਹੀ ਸਾਡੇ ਜ਼ਿਆਦਾਤਰ ਪੇਸ਼ੈਂਟਸ ਆ ਜਿਹੜੇ ਉਹ ਆਪਰੇਸ਼ਨ ਤੋਂ ਕੁਝ ਘੰਟੇ ਬਾਅਦ ਹੀ ਚੱਲਣਾ ਸ਼ੁਰੂ ਕਰ ਦਿੰਦੇ। ਇਸ ਤੋਂ ਇਲਾਵਾ ਜਿਹੜੇ ਬੈਨੀਫਿਟਸ ਹੈ, ਕਿਉਂਕਿ ਅਸੀਂ ਰੋਡ ਦਾ ਇਸਤੇਮਾਲ ਨਹੀਂ ਕਰਦੇ ਤਾਂ ਬਲੱਡ ਲਾਸ ਜਿਹੜਾ ਹੈ ਉਹ ਕੰਪੇਅਰਡ ਵਿਦ ਦੂਸਰੇ ਆਪਰੇਸ਼ਨਾਂ ਦੇ ਕੰਪੈਰੀਟਿਵਲੀ ਬਲੱਡ ਲਾਸ ਬਹੁਤ ਹੀ ਘੱਟ ਹੁੰਦਾ, ਪੇਨ ਬਹੁਤ ਹੀ ਘੱਟ ਹੁੰਦਾ। ਆਪਰੇਸ਼ਨ ਤੋਂ ਬਾਅਦ ਜਿਹੜਾ ਅਸੀਂ ਚੀਰਾ ਲਗਾਇਆ ਹੁੰਦਾ, ਨੰਬਰ 1 ਤਾਂ ਚੀਰੇ ਦਾ ਜਿਹੜਾ ਸਾਈਜ਼ ਹੈ ਉਹ ਨਾਰਮਲ ਆਪਰੇਸ਼ਨ ਤੋਂ ਛੋਟਾ ਹੁੰਦਾ,
ਤੇ ਅਸੀਂ ਚੀਰਾ ਲਗਾਉਣ ਤੋਂ ਬਾਅਦ ਜਿਹੜਾ ਅਸੀਂ ਜ਼ਖਮ ਨੂੰ ਬੰਦ ਕਰਦੇ ਹਾਂ ਉਹਦੇ ਲਈ ਮੈਟਲ ਦੇ ਸਟੇਪਲਸ ਲਗਾਉਣ ਤੱਕ ਦੀ ਲੋੜ ਨਹੀਂ ਹੁੰਦੀ। ਅੱਜ ਕੱਲ੍ਹ ਅਸੀਂ ਡਿਸੋਲਵੇਬਲ ਸਟਿਚਸ ਯੂਜ਼ ਕਰਦੇ ਹਾਂ, ਯਾਨੀ ਕਿ ਪੇਸ਼ੈਂਟ ਨੂੰ ਵਾਪਸ ਬਾਅਦ ਵਿੱਚ ਟਾਂਕੇ ਕਢਾਉਣ ਤੱਕ ਦੀ ਲੋੜ ਨਹੀਂ ਹੁੰਦੀ। ਇਸ ਤੋਂ ਇਲਾਵਾ ਬੈਕ ਵਿੱਚ ਪੇਸ਼ੈਂਟ ਦੀ ਕਮਰ ਦੇ ਵਿੱਚ ਆਪਰੇਸ਼ਨ ਕਰਨ ਦੇ ਲਈ ਐਪੀਡਿਊਰਲ ਇੰਜੈਕਸ਼ਨ ਜਿਹੜਾ ਐਪੀਡਿਊਰਲ ਇਨਫਿਊਜ਼ਨ ਲੱਗਦੀ ਹੈ ਉਹ FT3D ਨੀ ਰਿਸਰਫੇਸਿੰਗ ਵਿੱਚ ਲਗਾਉਣ ਦੀ ਕੋਈ ਲੋੜ ਨਹੀਂ ਹੁੰਦੀ। ਨਾ ਹੀ ਪੇਸ਼ੈਂਟ ਨੂੰ ICU ਵਿੱਚ ਰੱਖਣ ਦੀ ਲੋੜ ਹੁੰਦੀ। ਹੁਣ ਨਾਰਮਲ ਆਪਰੇਸ਼ਨ ਦੇ ਵਿੱਚ ਪੇਸ਼ੈਂਟ ਦੇ ਕਮਰ ਦੇ ਵਿੱਚ ਇੰਜੈਕਸ਼ਨ ਵੀ ਲਗਾਇਆ ਜਾਂਦਾ, ਉਹ ਇੰਜੈਕਸ਼ਨ 48 ਘੰਟੇ ਵਾਸਤੇ ਪੇਸ਼ੈਂਟ ਦੀ ਕਮਰ ਵਿੱਚ ਲੱਗਿਆ ਰਹਿੰਦਾ, ਟਿਊਬ ਦੇ ਰਸਤੇ ਦਵਾਈ ਦਿੰਦੇ। ਉਹਦਾ ਜਿਹੜਾ ਮਿਸਟੇਕ ਹੁੰਦੀ ਹੈ ਉਹਦੇ ਨਾਲ ਉਹਦੇ ਨਾਲ ਜਿਹੜੀ ਪ੍ਰੋਬਲਮ ਆਉਂਦੀ ਹੈ ਉਹ ਹੁੰਦੀ ਕਮਰ ਦਰਦ ਸ਼ੁਰੂ ਹੋ ਜਾਂਦਾ। ਪੇਸ਼ੈਂਟ ਦੇ ਗੋਡੇ ਠੀਕ ਹੋ ਜਾਂਦੇ ਆ, ਕਮਰ ਦਰਦ ਸ਼ੁਰੂ ਹੋ ਜਾਂਦੀ ਹੈ। ਤਾਂ FT3D ਨੀ ਰਿਸਰਫੇਸਿੰਗ ਵਿੱਚ ਨਾ ਤਾਂ ਲੋਹੇ ਦੇ ਟਾਂਕੇ ਲਗਾਉਣੇ ਪੈਂਦੇ ਆ, ਨਾ ਕਮਰ ਦੇ ਵਿੱਚ ਐਪੀਡਿਊਰਲ ਇਨਫਿਊਜ਼ਨ ਲਗਾਉਣੀ ਪੈਂਦੀ ਹੈ, ਨਾ ਹੀ ਪੇਸ਼ੈਂਟ ਨੂੰ ICU ਵਿੱਚ ਰੱਖਣ ਦੀ ਲੋੜ ਹੁੰਦੀ। ਜੀ ਬਿਲਕੁਲ ਡਾਕਟਰ ਸਾਹਿਬ, ਬਹੁਤ ਸਾਰੇ ਮਰੀਜ਼ ਇਹੀ ਕਹਿੰਦੇ ਵੀ ਗੋਡਿਆਂ ਦਾ ਦਰਦ ਤਾਂ ਠੀਕ ਹੋ ਗਿਆ ਪਰ ਕਮਰ ਦਰਦ ਬਹੁਤ ਹੁੰਦੀ ਤੇ ਸਰਦੀਆਂ ਦੇ ਮੌਸਮ ਦੇ ਵਿੱਚ ਜਿਹੜੇ ਵਡੇਰੀ ਉਮਰ ਦੇ ਹੁੰਦੇ ਨੇ, ਬਜ਼ੁਰਗ ਹੁੰਦੇ ਆ, ਉਹਨਾਂ ਦੇ ਵਿੱਚ ਤਾਂ ਇਹ ਦਿੱਕਤ ਬਹੁਤ ਜ਼ਿਆਦਾ ਵੇਖਣ ਨੂੰ ਮਿਲਦੀ ਹੈ। ਬਿਲਕੁਲ, ਤਾਈਓ ਸਾਡੀ ਮੈਡੀਕਲ ਟੈਕਨੋਲੋਜੀ ਦਾ ਜਿਹੜਾ ਅਲਟੀਮੇਟ ਗੋਲ ਹੈ ਉਹ ਗੋਲ ਹੈ ਕਿ ਸਰਜਰੀ ਨੂੰ, ਕਿਸੇ ਵੀ ਆਪਰੇਸ਼ਨ ਨੂੰ ਘੱਟ ਤੋਂ ਘੱਟ ਇਨਵੇਸਿਵ ਕਿਵੇਂ ਬਣਾਇਆ ਜਾਏ। ਇਟ ਇਜ਼ ਨੋਨ ਐਸ ਮਿਨੀਮਲੀ ਇਨਵੇਸਿਵ ਸਰਜਰੀ, ਯਾਨੀ ਕਿ ਮਰੀਜ਼ ਨੂੰ ਘੱਟ ਤੋਂ ਘੱਟ ਤੰਗ ਕੀਤੇ, ਘੱਟ ਤੋਂ ਘੱਟ ਚੀਰ-ਫਾੜ ਕੀਤੇ ਜੇ ਅਸੀਂ ਆਪਰੇਸ਼ਨ ਕਰ ਸਕੀਏ ਤਾਂ ਪੇਸ਼ੈਂਟ ਨੂੰ ਉਹਦਾ ਬੈਨੀਫਿਟ ਮਿਲਦਾ। ਹੁਣ ਐਪੀਡਿਊਰਲ ਇੰਜੈਕਸ਼ਨ ਜਿਹੜਾ ਕਮਰ ਦੇ ਵਿੱਚ ਲਗਾਉਂਦੇ ਆ ਉਹਦਾ ਕੰਮ ਕੀ ਹੁੰਦਾ? ਉਹਦਾ ਕੰਮ ਹੁੰਦਾ ਲੱਤਾਂ ਨੂੰ 2 ਦਿਨ ਵਾਸਤੇ ਸੁੰਨ ਰੱਖਣਾ। ਨਾਰਮਲ ਆਪਰੇਸ਼ਨ ਦੇ ਵਿੱਚ ਐਪੀਡਿਊਰਲ ਇੰਜੈਕਸ਼ਨ ਇਸ ਲਈ ਲਗਾਉਣਾ ਪੈਂਦਾ ਬਿਕੋਜ਼ ਇੰਨਾ ਜ਼ਿਆਦਾ ਦਰਦ ਹੋ ਰਿਹਾ ਹੁੰਦਾ ਪੇਸ਼ੈਂਟ ਨੂੰ ਕਿ ਲੱਤਾਂ ਨੂੰ ਸੁੰਨ ਕਰਕੇ ਰੱਖਣਾ ਪੈਂਦਾ। FT3D ਰੀਸਰਫੇਸਿੰਗ ਵਿੱਚ ਪੇਸ਼ੈਂਟ ਨੂੰ ਦਰਦ ਕੰਪੈਰੀਟਿਵਲੀ ਘੱਟ ਹੁੰਦਾ, ਤਾਂ ਸਾਨੂੰ ਨਾ ਤਾਂ ਕਮਰ ਦੇ ਵਿੱਚ ਇੰਜੈਕਸ਼ਨ ਲਗਾਉਣ ਦੀ ਲੋੜ ਹੈ, ਨਾ ਸਾਨੂੰ ਲੋਹੇ ਦੇ ਟਾਂਕੇ ਲਗਾਉਣ ਦੀ ਲੋੜ ਹੈ, ਨਾ ਹੀ ਪੇਸ਼ੈਂਟ ਨੂੰ ICU ਵਿੱਚ ਰੱਖਣ ਦੀ ਲੋੜ ਹੈ। ਜੀ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਤਮਾਮ ਜਾਣਕਾਰੀ ਦੇ ਲਈ। ਤਾਂ ਇਹ ਸਨ ਹੀਲਿੰਗ ਹਸਪੀਟਲ ਤੋਂ ਡਾਕਟਰ ਤਰਨਦੀਪ ਸਿੰਘ ਗਿੱਲ ਜੀ, ਜਿਨ੍ਹਾਂ ਨੇ ਬੜੇ ਸੌਖੇ ਤੇ ਸਰਲ ਸ਼ਬਦਾਂ ਦੇ ਵਿੱਚ ਦੱਸਿਆ ਹੈ ਕਿ ਜੇਕਰ ਤੁਹਾਡੇ ਵੀ ਗੋਡਿਆਂ ਦੇ ਵਿੱਚ ਦਰਦ ਹੈ ਤਾਂ ਉਸ ਦਾ ਸੌਖਾ ਤਰੀਕਾ ਕੀ ਹੈ। FT3D ਨੀ ਸਰਫੇਸਿੰਗ ਜੋ ਆਪਰੇਸ਼ਨ ਹੀਲਿੰਗ ਹਸਪੀਟਲ ਦੇ ਵਿੱਚ ਕੀਤਾ ਜਾਂਦਾ ਹੈ, ਬੜਾ ਫੈਮਿਲੀਅਰ ਇਨਵਾਇਰਨਮੈਂਟ ਤੁਹਾਨੂੰ ਦਿੱਤਾ ਜਾਂਦਾ ਹੈ, ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਤੇ ਖਾਸ ਤੌਰ ਤੇ ਇਸ ਹਸਪੀਟਲ ਦੇ ਵਿੱਚ ਹਰ ਇੱਕ ਤਰ੍ਹਾਂ ਦੀਆਂ ਇੰਸ਼ੋਰੈਂਸ ਜੋ ਨੇ ਅਪਰੂਵਲ ਨੇ ਤੇ ਤੁਸੀਂ ਬਿਨਾਂ ਝਿਜਕ ਕਿਸੇ ਵੀ ਸਮੇਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਤੇ ਜੇਕਰ ਤੁਹਾਡੇ ਵੀ ਗੋਡਿਆਂ ਦੇ ਵਿੱਚ ਦਰਦ ਹੈ ਤਾਂ ਸਮਾਂ ਜ਼ਾਇਆ ਨਾ ਕੀਤੇ ਬਿਨਾਂ ਸਿੱਧਾ ਹੀਲਿੰਗ ਹਸਪੀਟਲ ਜਿਹੜਾ ਕਿ ਚੰਡੀਗੜ੍ਹ ਦੇ ਸੈਕਟਰ 34 ਵਿਖੇ ਮੌਜੂਦ ਹੈ ਉੱਥੇ ਜਾਓ ਤੇ ਆਪਣੇ ਗੋਡਿਆਂ ਦੇ ਦਰਦ ਨੂੰ ਸਦਾ ਦੇ ਲਈ ਛੂ ਮੰਤਰ ਕਹਿ ਦੇਵੋ। ਤਾਂ ਅਜਿਹੀਆਂ ਸ਼ਖਸੀਅਤਾਂ ਨਾਲ ਰੂਬਰੂ ਕਰਵਾਉਂਦੇ ਰਵਾਂਗੇ। ਜੁੜੇ ਰਹੋ ਡੇਲੀ ਪੋਸਟ ਪੰਜਾਬੀ ਦੇ ਨਾਲ।